ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਛਪੈ ਛੰਦ ਜੂਬ ਸੰਗ ਤੇ ਧਰਮ ਤਾਤ ਆਦਿ ਬਿਪਤ ਲਹੀ ਬਨ। ਮਾਸ ਸੰਗ ਇਕ ਖੂਬ ਭਇਓ ਬਕ ਦੇਵੋ ਸਰਾਪ ਮੁਨ। ਜੂਪ ਸੰਗ ਤੇ ਧਰਮ ਤਾਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ 12ਵਾਂ ਅਧਿਆਇ, ਜਿਹਦੇ ਵਿੱਚ 7 ਬੁਰੀਆਂ ਆਦਤਾਂ 7 ਵਿਸ਼ਿਆਂ ਦਾ ਪੰਡਤ ਹਰਦਿਆਲ ਜੀ ਨੇ ਕਥਨ ਕੀਤਾ ਹੈ। ਅੱਜ ਆਪਾਂ ਛਪੇ ਛੰਦ ਦੀ ਵਿਚਾਰ ਕਰਨ ਲੱਗੇ ਹਾਂ। ਉਪਰੋਕਤ ਜਿਹੜੇ ਕਥਨ ਕੀਤੇ 7 ਵਿਸ਼ੇ, ਉਹਨਾਂ ਦਾ ਖੋਟਾ ਫਲ ਇਹ ਛਪੇ ਛੰਦ ਵਿੱਚ ਕਈ ਛੰਦ ਵਿੱਚ ਦੱਸ ਦੇਣਗੇ ਕਿ ਕਿਸ ਕਿਸ ਵੱਡੇ ਤੋਂ ਵੱਡੇ ਮਨੁੱਖ ਨੇ ਵੇਖੋ ਇਹਨਾਂ ਵਿਸ਼ਿਆਂ ਦਾ ਸੰਗ ਕੀਤਾ, ਜਿਸ ਕਰਕੇ ਅਤਿਅੰਤੀ ਦੁੱਖ ਪ੍ਰਾਪਤ ਕੀਤਾ, ਬੜੇ ਕਸ਼ਟ ਪਾਏ। ਛਪੈ ਛੰਦ ਦੇ ਵਿੱਚ ਵਿਚਾਰ ਆ ਰਹੀ ਹੈ। ਛਪੈ ਛੰਦ ਦੇ ਵਿੱਚ ਵਿਚਾਰ ਆ ਰਹੀ ਹੈ ਜੂਪ ਸੰਗ ਤੇ ਧਰਮ ਤਾਤ। ਜੂਪ ਕਹੀਏ ਜੂਪੇ, ਜੂਪ ਕਹੀਏ ਜੂਆ, ਜੂਏ ਦਾ ਸੰਗ ਕਰਨ ਤੇ ਜਾਂ ਜੂਏ ਦੇ ਸੰਗ ਕਰਕੇ, ਜੂਏ ਦਾ ਸਾਥ ਕਰਨ ਕਰਕੇ ਜੋ ਧਰਮ ਦਾ ਤਾਤ ਪੁੱਤਰ ਸੀ ਯੁਧਿਸ਼ਟਰ, ਤੇ ਇਸ ਤੋਂ ਇਤਿਆਦ 5 ਪਾਂਡਵਾਂ ਨੇ ਵੇਖੋ ਆਤਿ ਬਿਪਤ ਲਹੀ ਬਨ, ਅਤਿਅੰਤ ਬੜੀ ਵੱਡੀ ਬਿਪਤਾ ਮੁਸੀਬਤ ਲਹੀ ਕਹੀਏ ਪ੍ਰਾਪਤ ਕੀਤੀ ਸੀ। ਬਨ ਜੰਗਲ ਦੇ ਵਿੱਚ, ਜੰਗਲ ਦੇ ਵਿੱਚ ਬੜੀ ਤਗੜੀ ਮੁਸੀਬਤ ਪ੍ਰਾਪਤ ਕੀਤੀ ਸੀ। ਤੇ ਇਹ ਵੇਖੋ ਭਾਵੇਂ ਇੱਕ ਤੋਕੀ ਹੈ, ਇਹਦੇ ਵਿੱਚ ਵਿਸਥਾਰ ਬਹੁਤ ਹੈ। ਸੋਖ ਮਰੂ ਵਿੱਚ ਸਾਖੀ ਆ 5 ਪਾਂਡਵਾਂ ਦੀ ਆਉਂਦੀ ਕਿ ਜੇ ਸਮੇਂ ਪਾਂਡੂ ਰਾਜੇ ਦੇ 5 ਪੁੱਤਰ ਯੁਧਿਸ਼ਟਰ, ਭੀਮਸੈਨ, ਅਰਜਨ, ਨਕਲ, ਸਹਿਦੇਵ ਬਹੁਤ ਸੁੰਦਰ ਰਾਜ ਭਾਗ ਕਰ ਰਹੇ ਸਨ, ਤਦੋਂ ਇਹਨਾਂ ਦੀ ਵਿਭੂਤੀ ਧਨ ਦੌਲਤ ਨੂੰ ਰਾਜ ਭਾਗ ਨੂੰ ਦੇਖ ਕੇ ਜਿਹੜਾ ਦੁਰਯੋਧਨ ਸੀ ਦਿਨ ਬ ਦਿਨ ਅੰਦਰੋਂ ਅੰਦਰੀ ਈਰਖਾ ਨਾਲ ਸੜਦਾ ਰਹਿੰਦਾ ਸੀ। ਉਹ ਸੋਚਦਾ ਸੀ ਕਿ ਜਦੋਂ ਤੱਕ ਮੈਂ ਪਾਂਡਵਾਂ ਦਾ ਰਾਜ ਭਾਗ ਨਾ ਖੋਹ ਲਵਾਂ, ਤਦੋਂ ਤੱਕ ਮੇਰਾ ਜੀਵਣਾ ਵੀ ਕੀ ਜਿਉਣਾ, ਮਰਿਆਂ ਬਰਾਬਰ ਨਿਸਫਲ ਹੀ ਹੈ। ਦੁਰਯੋਧਨ ਦੀਆਂ ਐਸੀਆਂ ਗੱਲਾਂ ਨੂੰ ਸੁਣ ਕੇ ਉਸ ਦਾ ਮਾਮਾ ਸ਼ਕੁਨੀ ਕਹਿਣ ਲੱਗਾ ਕਿ ਜਿਸ ਯੁਧਿਸ਼ਟਰ ਦੀ ਵਿਭੂਤੀ ਧਨ ਨੂੰ ਦੇਖ ਕੇ ਤੂੰ ਇਤਨਾ ਦੁਖੀ ਹੋ ਰਿਹਾ ਹੈ, ਉਸ ਵਿਭੂਤੀ ਨੂੰ ਮੈਂ ਜੂਏ ਵਿੱਚ ਜਿੱਤ ਕੇ ਤੈਨੂੰ ਦੇ ਸਕਦਾ। ਤਾਂ ਤੂੰ ਯੁਧਿਸ਼ਟਰ ਨੂੰ ਬੁਲਾ ਲਾ। ਤਦ ਯੁਧਿਸ਼ਟਰ ਨੂੰ ਬੁਲਾਉਣ ਲਈ ਬਿਦਰ ਨੂੰ ਭੇਜਿਆ, ਦਾਸੀ ਪੁੱਤਰ ਨੂੰ, ਅਤੇ ਇੱਧਰ ਸ਼ਕੁਨੀ ਨੇ ਦੁਰਯੋਧਨ ਨੂੰ ਕਹਿ ਕੇ ਕਾਰੀਗਰਾਂ ਨੂੰ ਆਗਿਆ ਦਿੱਤੀ ਕਿ ਸਾਡੇ ਲਈ ਇੱਕ ਇਹੋ ਜਿਹੀ ਸਭਾ ਤਿਆਰ ਕਰੋ ਜੋ 1 ਕੋਹ ਲੰਮੀ, 1 ਕੋਹ ਚੌੜੀ ਹੋਵੇ, ਜਿਸ ਵਿੱਚ 1000 ਖੰਭੇ ਅਤੇ 100 ਦੀਵਾਰ ਹੀ ਹੋਣ। ਇੱਥੇ ਭਾਵੇਂ ਕਈ ਇੱਦਾਂ ਕਹਿ ਦਿੰਦੇ ਆ ਵੀ ਇਹ ਕਾਰੀਗਰ ਕਹਿੰਦੇ ਇੱਕ ਇਸ ਤਰ੍ਹਾਂ ਦੈਂਤ ਸੀ, ਉਹਨੂੰ ਜਾਨ ਛਡਾਉਣ ਲਈ ਕੁਝ ਕਿਹਾ ਗਿਆ ਸੀ। ਸੌਰਵ ਵਿਚਾਰ ਬਾਹਰ ਦਾ ਦਰਵਾਜ਼ਾ ਸਭਨਾਂ ਦਾ ਸਫਟਕ ਮਣੀ ਨਾਲ ਬਣਾਇਆ ਜਾਵੇ। ਤਦੋਂ ਬਹੁਤ ਚਤੁਰ ਕਾਰੀਗਰਾਂ ਨੇ ਉਹ ਸਭਾ ਬਹੁਤ ਥੋੜ੍ਹੇ ਸਮੇਂ ਵਿੱਚ ਬਣਾ ਕੇ ਤਿਆਰ ਕਰ ਦਿੱਤੀ ਅਤੇ ਉਸ ਵਿੱਚ ਬਹੁਤ ਸੁੰਦਰ ਸੁੰਦਰ ਸੋਨੇ ਦੇ ਆਸਣ ਵਿਛਾ ਦਿੱਤੇ। ਉੱਧਰੋਂ ਯੁਧਿਸ਼ਟਰ ਵੀ ਬਿਦਰ ਜੀ ਦੇ ਨਾਲ ਆ ਗਿਆ, ਆ ਕੇ ਸਭਨਾਂ ਨਾਲ ਮਿਲਿਆ। ਫਿਰ ਧ੍ਰਿਤਰਾਸ਼ਟਰ ਤੇ ਗੰਧਾਰੀ ਨੂੰ ਵੀ ਨਮਸਕਾਰ ਕੀਤੀ। ਰਾਤ ਕੱਟਣ ਤੋਂ ਬਾਅਦ ਅਗਲੇ ਦਿਨ ਸਾਰੇ ਸੂਰਬੀਰ ਤੇਜਸਵੀ ਮਹਾਰਥੀ ਸਭਾ ਵਿੱਚ ਆ ਗਏ ਤੇ ਜੂਆ ਆਰੰਭ ਹੋ ਗਿਆ। ਜਿਸ ਜੂਏ ਵਿੱਚ ਧਰਮ ਪੁੱਤਰ ਯੁਧਿਸ਼ਟਰ ਇੱਕ ਇੱਕ ਕਰਕੇ ਆਪਣਾ ਸਾਰਾ ਰਾਜ ਭਾਗ ਹਾਰ ਗਿਆ, ਤੇ ਜੂਏ ਨੇ ਐਸੀ ਮੱਤ ਮਾਰ ਦਿੱਤੀ ਕਿ ਆਪਣੀ ਘਰਵਾਲੀ ਦ੍ਰੋਪਦੀ ਵੀ ਦਾਅ 'ਤੇ ਲਾ ਦਿੱਤੀ, ਤੇ ਸ਼ਕੁਨੀ ਦੇ ਛਲ ਕਪਟ ਦੇ ਜੂਏ ਵਿੱਚ ਵੀ ਉਹ ਵੀ ਹਾਰ ਦਿੱਤੀ ਇਹਨੂੰ। ਜਿਸ ਦੀ ਸਭਾ ਵਿੱਚ ਬਾਅਦ ਵਿੱਚ ਵੈਰ ਕਰਦਿਆਂ ਹੋਇਆਂ ਜੋ ਕਿਹਾ ਸੀ ਵੀ ਅੰਧ ਕੇ ਅੰਧ ਰਹੇ,
ਦੁਰਯੋਧਨ ਹੋਣਾ ਨੂੰ ਉਹਦਾ ਬਦਲਾ ਲੈਣ ਲਈ ਇਹ ਸਾੜੀ ਉਤਾਰਨਾ ਚਾਹੁੰਦੇ ਸਨ। ਮਾਤਾ ਦ੍ਰੋਪਦੀ ਦੀ ਬੇਪਤੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਭਗਵਾਨ ਕ੍ਰਿਸ਼ਨ ਜੀ ਨੇ ਉਸ ਦੀ ਪੱਤ ਇੱਜ਼ਤ ਰੱਖੀ। ਭਗਤ ਵਛਲ ਬਿਰਧ ਸਦਾਇਆ ਦੇ ਮਾਂ ਵਾਕਾਂ ਅਨੁਸਾਰ ਬੇਪੜਦ ਹੋਣ ਤੋਂ ਬਚਾਇਆ। ਸਵਈਏ ਮਹੱਲੇ ਚੌਥਿਆਂ ਵਿੱਚ ਬਚਨ ਆਉਂਦਾ, ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ। ਬਸਤਰ ਛੀਨਦਿਆਂ ਲਾਉਂਦਿਆਂ ਬਹੁਤ ਸਾਜ ਦਿੱਤੇ ਸਨ। ਥਾਨਾਂ ਦੇ ਥਾਨ ਲੱਗੇ ਢੇਰ, ਪਰ ਕੁਝ ਨਹੀਂ ਸੀ ਕਰ ਸਕੇ। ਫਿਰ ਉਹਨਾਂ ਨੇ ਇੱਕ ਐਸਾ ਦਾਅ ਲਗਾਇਆ ਕਿ ਜੋ ਵੀ ਦਾਅ ਹਾਰੇਗਾ ਉਹ 12 ਸਾਲ ਬਨਵਾਸ ਭੋਗੇਗਾ ਜੰਗਲਾਂ ਵਿੱਚ, ਤੇ 13ਵਾਂ ਸਾਲ ਗੁਪਤਵਾਸ ਕਰਨਾ। ਆਪ ਗੁਪਤ ਰਹਿਣਾ ਪੂਰਾ। ਜੇ ਪਤਾ ਲੱਗ ਗਿਆ ਵੀ ਫਲਾਣੇ ਥਾਂ ਰਹਿੰਦੇ ਆ, ਫਿਰ ਦੁਬਾਰਾ ਸਾਲ ਦਾ ਬਨਵਾਸ ਭੋਗਣਾ ਪਊਗਾ। ਇਹ ਦਾਅ ਵੀ ਧਰਮ ਪੁੱਤਰ ਹਾਰ ਗਿਆ ਸੀ। 12 ਸਾਲ ਜੰਗਲਾਂ ਵਿੱਚ ਨਿਵਾਸ ਕੀਤਾ ਤੇ ਦੁੱਖ ਸਹਾਰਨੇ ਕੀਤੇ। 13ਵਾਂ ਸਾਲ ਗੁਪਤ ਰਹੇ ਸਨ। ਸੋ ਇਹ ਭਾਵ ਇਹ ਆ ਕਿ ਇੱਕ ਜੂਏ ਦੇ ਕਾਰਨ 5 ਪਾਂਡਵਾਂ ਦੀ ਐਸੀ ਦੁਰਦਸ਼ਾ ਹੋਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਕਲਮ ਦੇ ਨਾਲ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਵੀ ਬਚਨ ਲਿਖਦੇ ਜੋ ਪ੍ਰਮਾਣ ਮਿਲਦਾ, ਸਭ ਤੇ ਜਗ ਜੂਆ ਬੁਰੋ ਕਹੂ ਨਾ ਖੇਲ ਹੋ ਰਾਏ। ਇਹ ਰਾਜਾ ਕੋਈ ਇਹਨੂੰ ਖੇਡਣਾ ਨਹੀਂ ਚਾਹੀਦਾ, ਸਭ ਤੇ ਜੱਗ ਵਿੱਚ ਜੂਆ ਬੁਰਾ ਹੈ। ਚਰਿੱਤਰਾਂ ਵਿੱਚ ਹੀ ਆਉਂਦਾ, 157 ਚਰਿੱਤਰ ਹੈ ਸ਼ਾਇਦ ਆਉਂਦਾ। ਜੂਬ ਸੰਗ ਤੇ ਧਰਮ ਤਾਤ, ਜੂਏ ਦੇ ਸੰਗ ਕਰਕੇ ਜਿਹੜਾ ਧਰਮ ਦਾ ਪੁੱਤਰ ਭਾਵ ਯੁਧਿਸ਼ਟਰ ਸੀ, ਧਰਮ ਰਾਜੇ ਦਾ ਪੁੱਤਰ ਯੁਧਿਸ਼ਟਰ, ਜਿਹੜਾ ਕਦੀ ਝੂਠ ਨਹੀਂ ਸੀ ਬੋਲਦਾ, ਉਹਨੇ ਵੀ ਅਤਿਅੰਤ ਬਿਪਤਾ ਮੁਸੀਬਤ ਪ੍ਰਾਪਤ ਕੀਤੀ ਸੀ ਜੰਗਲ ਵਿੱਚ। 12 ਸਾਲ ਬਨਵਾਸ ਕੱਟ ਕੇ 13 ਸਾਲ ਗੁਪਤ ਰਹਿ ਕੇ। ਇਹ ਜੂਏ ਦੀ ਸੰਗਤ ਆ ਮਾੜੀ, ਮਤਲਬ ਜੂਆ ਨਹੀਂ ਖੇਡਣਾ ਚਾਹੀਦਾ। ਮਾਸ ਸੰਗ ਇੱਕ ਭੂਪ ਭਇਓ ਬਕ, ਫਿਰ ਮਾਸ ਦਾ ਜਿਹੜਾ ਸੰਗ ਸਾਥ ਕਰਨ ਵਾਲਾ ਭਾਵ ਮਾਸ ਖਾਣ ਦਾ ਸ਼ੌਕੀਨ, ਜਿਵੇਂ ਪਿੱਛੇ 6 ਪ੍ਰਕਾਰ ਦੇ ਪਾਪੀ ਆਏ ਆ ਮਾਸ ਦੇ ਵਾਲੇ ਸੰਬੰਧ ਵਿੱਚ। ਮਨ ਕੋਈ ਵੀ ਮਾਸ ਨਾਲ ਸਾਥ ਕਰਨ ਵਾਲਾ ਇੱਕ ਜਿਹੜਾ ਭੂਪ ਆ ਰਾਜਾ ਆ, ਉਹ ਵੀ ਭਇਓ ਕਹੀਏ ਹੋਇਆ ਸੀ, ਬਕ ਕਹੀਏ ਬੰਗਲਾ। ਹਾਂਜੀ, ਕਿਉਂਕਿ ਜਿਸ ਨੂੰ ਦਇਓ ਸਰਾਪ ਮੋਨ, ਜਿਸ ਨੂੰ ਇੱਕ ਮੋਨ ਕਹੀਏ ਮੁਨੀ ਨੇ ਇਹ ਸਰਾਪ ਦਿੱਤਾ ਸੀ ਕਿ ਜਾ ਕੇ ਬੰਗਲਾ ਬਣ ਜਾ, ਇਹ ਸਰਾਪ ਦਿੱਤਾ ਜਿਸ ਕਰਕੇ ਉਹਨੂੰ ਬੰਗਲਾ ਬਣਨਾ ਪਿਆ ਸੀ। ਮਾਸ ਨਾਲ ਇੱਕ ਰਾਜਾ ਜਿਹੜਾ ਬਕ ਬੰਗਲਾ ਹੋਇਆ ਸੀ, ਕਿਉਂਕਿ ਦਇਓ ਸਰਾਪ ਮੋਨ, ਮੁਨੀ ਨੇ ਸਰਾਪ ਦਿੱਤਾ ਸੀ ਉਹਨੂੰ। ਉਹ ਉਸ ਦਾ ਪ੍ਰਸੰਗ ਵੀ ਸਾਖੀ ਮੁਤਾਬਕ ਕਿਵੇਂ ਹੀ ਹੁੰਦਾ। ਹੁਣ ਜੇ ਆਪਾਂ ਸਿੱਧਾ ਲੰਘ ਜਾਈਏ ਪਤਾ ਨਹੀਂ ਲੱਗਣਾ, ਇਸੇ ਕਰਕੇ ਛਪੇ ਛੰਦ ਆਪਾਂ ਵਿਸਥਾਰ ਸ਼ਾਇਦ ਕਰ ਰਹੇ ਹਾਂ, ਤਾਂ ਜੋ ਸਾਖੀ ਵੀ ਪਤਾ ਲੱਗ ਸਕੇ ਕੀ ਕਾਰਨ ਸੀ। ਉਹ ਪ੍ਰਸੰਗ ਇਸ ਪ੍ਰਕਾਰ ਹੈ ਕਿ ਇੱਕ ਰਾਜੇ ਨੂੰ ਮਾਸ ਖਾਣ ਦਾ ਬੜਾ ਸ਼ੌਂਕ ਸੀ। ਉਹ ਹਰ ਰੋਜ਼ ਮਾਸ ਖਾਂਦਾ ਹੁੰਦਾ ਸੀ ਤੇ ਫਿਰ ਹਿਰਨ ਆਦਿ ਜਾਨਵਰਾਂ ਦਾ ਆਪ ਸ਼ਿਕਾਰ ਕਰਦਾ। ਇੱਕ ਦਿਨ ਰਾਜਾ ਸ਼ਿਕਾਰ ਦੀ ਭਾਲ ਵਿੱਚ ਇਕੱਲਾ ਹੀ ਸੰਘਣੇ ਜੰਗਲ ਵਿੱਚ ਚਲਾ ਗਿਆ। ਉੱਥੋਂ ਇੱਕ ਹਿਰਨ ਇਸ ਦੇ ਅੱਗੋਂ ਦੀ ਨਿਕਲਿਆ, ਜੋ ਦੌੜਦਾ ਇੱਕ ਮੁਨੀ ਦੀ ਕੁਟੀਆ ਵਿੱਚ ਵੜ ਗਿਆ। ਜਾ ਕੇ ਉਸ ਦੇ ਮਗਰ ਹੀ ਰਾਜਾ ਚਲਾ ਗਿਆ। ਮੁਨੀ ਅੱਖਾਂ ਬੰਦ ਕਰਕੇ ਸਮਾਧੀ ਲਈ ਬੈਠਾ ਸੀ ਧਿਆਨ ਵਿੱਚ। ਰਾਜੇ ਨੇ ਬੇਰਹਿਮੀ ਨਾਲ ਮੁਨੀ ਦੀ ਕੁਟੀਆ ਦੇ ਅੰਦਰ ਹੀ ਉਸ ਹਿਰਨ ਨੂੰ ਜਿਹੜਾ ਕਤਲ ਕਰ ਦਿੱਤਾ, ਮਾਰ ਦਿੱਤਾ। ਖੜਕੇ ਹੋਣ ਤੋਂ ਮੁਨੀ ਦੀ ਸਮਾਧੀ ਖੁੱਲ੍ਹੀ ਤੇ ਆਪਣੇ ਕੋਲ ਇੱਕ ਹਿਰਨ ਮਰਿਆ ਦੇਖਿਆ। ਮੁਨੀ ਜੀ ਨੂੰ ਬੜਾ ਤਰਸ ਆਇਆ ਕਿ ਹੱਦ ਹੋ ਗਈ, ਰਾਜੇ ਨੇ ਕੀ ਕੀਤਾ ਹੈ। ਰਾਜੇ ਨੂੰ ਕਿਹਾ ਕਿ ਇਹ ਮੂਰਖਾ, ਇਹ ਬੇਜ਼ੁਬਾਨ ਨੇ ਤੇਰਾ ਕੀ ਵਿਗਾੜਿਆ ਸੀ, ਜੋ ਇੰਨੀ ਬੇਰਹਿਮੀ ਨਾਲ ਇਸ ਨੂੰ ਕਤਲ ਕਰ ਦਿੱਤਾ ਤੂੰ। ਦੂਜਾ, ਸਾਡੀ ਪਵਿੱਤਰ ਕੁਟੀਆ ਸੀ, ਭਜਨ ਬੰਦਗੀ ਕਰਦੇ ਸਾਂ, ਤੂੰ ਬੇਜ਼ੁਬਾਨੇ ਜੀਵ ਦਾ ਖੂਨ ਡੋਲ ਦਿੱਤਾ। ਫਿਰ ਤੀਜਾ, ਤੂੰ ਸਾਡੀ ਤਪੱਸਿਆ ਭੰਗ ਕੀਤੀ, ਸਮਾਧੀ ਖੋਲ੍ਹ ਦਿੱਤੀ ਹੈ। ਇਸ ਕਰਕੇ ਉਹ ਕ੍ਰੋਧਵਾਨ ਹੋ ਗਏ ਸਨ ਮੁਨੀ ਜੀ, ਤੇ ਉਹਨਾਂ ਨੇ ਸ਼ਰਾਪ ਦੇ ਦਿੱਤਾ ਕਿ ਤੂੰ ਮਾਸ ਦੇ ਲਈ ਜੀਵਾਂ ਨੂੰ ਮਾਰਦਾ ਫਿਰਦਾ, ਜਾਂ ਤੂੰ ਮਰ ਕੇ ਬੰਗਲਾ ਬਣ ਤੇ ਡੱਡੀਆਂ ਮੱਛੀਆਂ ਖਾਂਦਾ ਰਹੋ। ਇਸ ਪ੍ਰਕਾਰ ਮਾਸ ਦੇ ਲਾਲਚ ਕਾਰਨ ਰਾਜੇ ਨੇ ਮੁਨੀ ਤੋਂ ਬਗਲੇ ਦਾ ਸ਼ਰਾਪ ਪ੍ਰਾਪਤ ਕਰ ਲਿਆ ਤੇ ਮਰ ਕੇ ਮਗਲਾ ਬਣਨਾ ਪਿਆ ਸੀ। ਮਾਸ ਸੰਗ ਇੱਕ ਭੂਪ ਭਇਓ ਬਕ, ਮਾਸ ਦੇ ਕਰਕੇ ਹੀ, ਮਾਸ ਦਾ ਸਾਥ ਕਰਨੇ ਕਰਕੇ ਇੱਕ ਰਾਜਾ ਵੇਖੋ ਬੰਗਲਾ ਹੋਇਆ ਸੀ ਤੇ ਮੁਨੀ ਨੇ ਸ਼ਰਾਪ ਦਿੱਤਾ ਸੀ, ਦਇਓ ਸਰਾਪ ਮੋਨ।
ਯਾਦਵ ਨੰਦਨ ਨਾਸ ਭਏ। ਫਿਰ ਵੇਖੋ ਯਾਦਵ, ਜਿਹੜੇ ਯਾਦਵ ਵੰਸ਼ੀ ਨੰਦਨ ਪੁੱਤਰ ਸੀ ਇਹ, ਹਾਂਜੀ ਨੰਦਨ ਕੇ ਸਾਰੇ ਹੀ ਬਹੁਵਾਚਕ ਯਾਦਵ ਜਿਹੜੇ ਪੁੱਤਰ ਸਨ ਉਹ ਸਾਰੇ ਨਾਸ ਭਏ ਹੋਏ। ਕਿਵੇਂ ਹੋਏ? ਮਦਪਾਨ ਕਰਿਓ ਜਬ, ਜਦੋਂ ਉਹਨਾਂ ਨੇ ਮਦ ਕਹੀ ਸ਼ਰਾਬ ਨੂੰ, ਪਾਨ ਕਹੀਏ ਪੀਣਾ ਕਰਿਓ ਕਹੀਏ ਕੀਤਾ, ਪਾਣਾ ਪੀਣਾ ਕਰਿਆ, ਤਦੋਂ ਸਾਰੇ ਹੀ ਉਹ ਨਾਸ ਹੋ ਗਏ ਸਨ। ਤਦੋਂ ਬੁੱਧੀ ਭ੍ਰਿਸ਼ਟ ਹੋਣੇ ਕਰਕੇ ਆਪਸ ਵਿੱਚ ਹੀ ਲੜ ਕੇ ਸਾਰੇ ਨਾਸ ਹੋ ਗਏ ਸਨ। ਯਾਦਵ ਨੰਦਨ ਨਾਸ ਪਏ। ਮਦਪਾਨ ਕਰਿਓ ਜਬ, ਅਰਥ ਵਾਸਤੇ ਇੱਦਾਂ ਵੀ ਅਰਥ ਲੱਗ ਜਾਂਦਾ, ਅਨਵੇਂ ਕਰਕੇ ਵੀ ਜਦੋਂ ਯਾਦਵ ਵੰਸ਼ੀ ਜਿਹੜੇ ਇਹ ਨੰਦਨ ਕੇ ਪੁੱਤਰਾਂ ਨੇ ਸ਼ਰਾਬ ਨੂੰ ਪੀਣਾ ਕਰਿਓ ਕਿ ਕੀਤਾ, ਤਦੋਂ ਉਹ ਨਾਸ ਹੋ ਗਏ, ਨਾਸ ਪਏ, ਨਾਸ ਹੋਏ ਸਨ। ਉਹੀ ਇਹ ਸਾਖੀ ਇਵੇਂ ਹੁੰਦੀ ਆ ਯਾਦਵ ਵੰਸ਼ੀਆਂ ਦੀ ਵੀ ਨਾਸ ਹੋਣ ਦੀ, ਕਿ ਜਿਸ ਸਮੇਂ ਯਾਦਵ ਬਹੁਤ ਹੰਕਾਰੀ ਹੋਏ ਗਏ ਸਨ ਤਾਂ ਕ੍ਰਿਸ਼ਨ ਜੀ ਨੇ ਸੋਚਿਆ ਕਿ ਜੇਕਰ ਇਹਨਾਂ ਦਾ ਹੁੰਦਿਆਂ ਹੁੰਦਿਆਂ ਨਾਸ ਨਾ ਕੀਤਾ ਤਾਂ ਮੇਰੇ ਮਗਰੋਂ ਲੋਕਾਂ ਨੂੰ ਬਹੁਤ ਪਰੇਸ਼ਾਨ ਕਰ ਦੇਣਗੇ। ਇਸ ਖਿਆਲ ਨੂੰ ਲੈ ਕੇ ਵਿਭਾਸ ਖੇਤਰ ਵਿੱਚ ਕ੍ਰਿਸ਼ਨ ਜੀ ਨੇ ਦੁਰਵਾਸਾ ਆਦਿ ਰਿਸ਼ੀਆਂ ਦੀ ਪਰਿਵਾਰ ਸਮੇਤ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਇਉਂ ਜਦੋਂ 2-3 ਮਹੀਨੇ ਰਿਸ਼ੀਆਂ ਨੂੰ ਵਿਭਾਸ ਖੇਤਰ ਵਿੱਚ ਰਹਿੰਦਿਆਂ ਹੋ ਗਏ, ਇੱਕ ਦਿਨ ਦੁਰਵਾਸਾ ਰਿਸ਼ੀ ਜੀ ਆਪਣੀ ਮੌਜ ਵਿੱਚ ਨਦੀ ਦੇ ਕਿਨਾਰੇ ਉੱਤੇ ਸਮਾਧੀ ਵਿੱਚ ਲੀਨ ਸਨ। ਜਦੋਂ ਯਾਦਵਾਂ ਨੂੰ ਪਤਾ ਲੱਗਾ ਕਿ ਕ੍ਰਿਸ਼ਨ ਜੀ ਦੇ ਗੁਰੂ ਆਏ ਹਨ, ਤਦ ਸਾਰੇ ਯਾਦਵਾਂ ਦੇ ਬੱਚੇ ਰਲ ਕੇ ਜਾਮਵੰਤੀ ਦੇ ਪੁੱਤਰ ਸਾਂਬੇ ਨੂੰ, ਜਿਹੜਾ ਸੀ ਇਸਤਰੀਆਂ ਵਾਲੇ ਬਸਤਰ ਪਵਾ ਕੇ ਤੇ ਉਸਦੇ ਪੇਟ ਨਾਲ ਲੋਹੇ ਦਾ ਬਾਟਾ ਜਿਹੜਾ ਤੁਸਲਾ ਜਿਹਾ ਬੰਨ੍ਹ ਲਿਆ ਤੇ ਦੁਰਵਾਸਾ ਰਿਸ਼ੀ ਦੇ ਕੋਲ ਚਲੇ ਗਏ। ਦੁਰਵਾਸਾ ਰਿਸ਼ੀ ਜਿਹੜਾ ਸੀ ਉਹਨੂੰ ਬੰਦਨਾ ਕਰਕੇ ਬੇਨਤੀ ਕੀਤੀ, ਰਿਸ਼ੀ ਜੀ ਇਸ ਗਰਭਵਤੀ ਔਰਤ ਦੇ ਪੇਟੋਂ ਕੀ ਹੋਵੇਗਾ ਭਲਾ, ਲੜਕਾ ਜਾਂ ਲੜਕੀ? ਰਿਸ਼ੀ ਜੀ ਪਹਿਲਾਂ ਤਾਂ ਚੁੱਪ ਰਹੇ। ਜਦੋਂ ਕੁਝ ਨਾ ਬੋਲੇ ਤਾਂ ਬਾਲਕ ਕਹਿਣ ਲੱਗੇ, ਰਿਸ਼ੀ ਜੀ ਤੁਸੀਂ ਕਾਹਦੇ ਸਰਬਾਗੋ, ਕਾਹਦੇ ਕ੍ਰਿਸ਼ਨ ਭਗਵਾਨ ਜੀ ਦੇ ਗੁਰੂ ਹੋ? 3 ਮਹੀਨੇ ਹੋ ਗਏ ਸਾਡਾ ਨਿਉਂਦਾ ਖਾਂਦਿਆਂ ਨੂੰ, ਇਹ ਤੁਸੀਂ ਦੱਸ ਨਹੀਂ ਸਕਦੇ ਵੀ ਕੀ ਹੋਊਗਾ? ਦੁਰਵਾਸਾ ਜੀ ਨੇ ਫਿਰ ਵੀ ਕ੍ਰਿਸ਼ਨ ਜੀ ਦੇ ਪੁੱਤਰ ਜਾਣ ਕੇ ਕੁਝ ਨਾ ਕਿਹਾ ਵੀ ਚਲੋ ਕੋਈ ਨਹੀਂ, ਸਾਧੂ ਦਾ ਸੁਭਾਅ ਦਾ ਕੀ ਬੋਲਣਾ ਬੱਚੇ। ਪਰੰਤੂ ਜਦੋਂ ਵਾਰ-ਵਾਰ ਕਹੀ ਗਏ ਤਾਂ ਰਿਸ਼ੀ ਜੀ ਨੇ ਕਿਹਾ ਕਿ ਬੱਚਿਓ, ਹਾਸਾ ਮਖੌਲ ਜਿਹੜਾ ਨਾ ਆਪਣੇ ਹਾਨਦਿਆਂ ਨਾਲ ਕਰਨਾ ਚਾਹੀਦਾ, ਐਵੇਂ ਨਾ ਤੰਗ ਕਰੋ, ਜਾਓ ਚਲੇ ਜਾਓ ਇੱਥੋਂ। ਪਰ ਫਿਰ ਵੀ ਬਾਲਕ ਨਾ ਹਟੇ। ਆਖਰਕਾਰ ਵਾਰ-ਵਾਰ ਸਤਾਉਣ ਕਰਕੇ ਰਿਸ਼ੀ ਜੀ ਨੇ ਗੁੱਸੇ ਵਿੱਚ ਆ ਕੇ ਇਹ ਬਚਨ ਕੀਤਾ ਕਿ ਇਹਦੇ ਪੇਟੋਂ ਉਹ ਜਨਮੇਗਾ ਜੋ ਤੁਹਾਡੀ ਯਾਦਵਾਂ ਦੀ ਕੁੱਲ ਦਾ ਨਾਸ ਕਰ ਦੇਵੇ, ਇਹ ਫਲ ਤੁਹਾਨੂੰ ਮਿਲੇਗਾ। ਜਦੋਂ ਇਹ ਗੱਲ ਕ੍ਰਿਸ਼ਨ ਜੀ, ਉਗਰਸੈਨ ਆਦਿਕ ਸਭ ਨੂੰ ਪਤਾ ਲੱਗੀ ਤਾਂ ਬਹੁਤ ਦੁਖੀ ਹੋਏ। ਕ੍ਰਿਸ਼ਨ ਜੀ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਹੁਣ ਹੋਣਾ ਹੀ ਹੋਣਾ, ਸਾਧ ਬਚਨਾ ਟਲਾਦਾ, ਇਹ ਨਹੀਂ ਮੁੜ ਸਕਦਾ। ਜਦੋਂ ਲੋਹੇ ਦਾ ਬਾਟਾ ਸਾਂਬੇ ਦੇ ਪੇਟ ਨਾਲੋਂ ਖੋਲ੍ਹਿਆ ਤਾਂ ਉਸ ਲੋਹੇ ਦੇ ਬਾਟੇ ਵਿੱਚੋਂ ਇੱਕ ਲੋਹੇ ਦਾ ਮੂਸਲ ਨਿਕਲਿਆ। ਉਸ ਵੇਲੇ ਕ੍ਰਿਸ਼ਨ ਜੀ ਨੇ ਉਹ ਲੋਹੇ ਦਾ ਬਾਟਾ ਤਸਲਾ ਵਿਭਾਸ ਖੇਤਰ ਵਿੱਚ ਜਮਨਾ ਦੇ ਕਿਨਾਰੇ ਰਤਮਾਉਣਾ ਸ਼ੁਰੂ ਕਰ ਦਿੱਤਾ, ਖੋਰਨਾ ਸ਼ੁਰੂ ਕਰ ਦਿੱਤਾ। ਰੇਤਦਿਆਂ ਖੋਰਦਿਆਂ ਤੇ ਬਰੇਤੀ ਜੀ ਪੈਦਾ ਹੋ ਗਈ ਤੇ ਬਰੇਤੀ ਉੱਤੇ ਬਹੁਤ ਸਾਰੇ ਦੱਬ ਦੇ ਬੂਟੇ ਪੈਦਾ ਹੋ ਗਏ। ਬਾਕੀ ਜੋ ਥੋੜ੍ਹਾ ਜਿਹਾ 4 ਉਂਗਲਾਂ ਦਾ ਲੋਹੇ ਦਾ ਮੂਸਲ ਬਚਿਆ ਸੀ, ਉਹ ਰੇਤ ਦਿਆਂ ਹੱਥ ਵਿੱਚੋਂ ਛੁੱਟ ਕੇ ਜਮਨਾ ਵਿੱਚ ਡਿੱਗ ਪਿਆ ਤੇ ਉਹ ਮਛਲੀ ਜਿਹੜੀ ਨਿਕਲ ਗਈ। ਉਸ ਮੱਛੀ ਨੂੰ ਇੱਕ ਸ਼ਿਕਾਰੀ ਨੇ ਜਾਲ ਵਿੱਚ ਫਸਾ ਕੇ ਘਰ ਲੈ ਆਂਦਾ। ਜਦੋਂ ਮੱਛੀ 2 ਫਾੜ ਕੀਤੀ ਤਾਂ ਵਿੱਚੋਂ ਲੋਹੇ ਦਾ ਟੁਕੜਾ ਨਿਕਲਿਆ। ਉਸ ਲੋਹੇ ਨੂੰ ਚੰਗਾ ਲੋਹਾ ਸਮਝ ਕੇ ਆਪਣੇ ਬਾਣ ਦੇ ਅੱਗੇ ਲਾ ਲਿਆ। ਉੱਧਰ ਜੋ ਰੇਤੇ ਹੋਏ ਲੋਹੇ ਤੋਂ ਵਿਭਾਸ ਖੇਤਰ ਵਿੱਚ ਬਹੁਤ ਸਾਰੇ ਦੱਬ ਦੇ ਬੂਟੇ ਪੈਦਾ ਹੋ ਗਏ ਸੀ। ਉਹ ਤਲਵਾਰ ਵਰਗੀਆਂ ਤਿੱਖੇ ਸਨ, ਜਿਨ੍ਹਾਂ ਦੀਆਂ ਨੋਕਾਂ ਨੇਜ਼ਾਂ ਵਾਂਗ ਤਿੱਖੀਆਂ ਸਨ। ਇਹ ਸਭ ਇੱਕ ਕੁਦਰਤ ਦਾ ਕਰਿਸ਼ਮਾ ਹੀ ਸੀ, ਜੋ ਅਣਹੋਣੀ ਗੱਲ ਹੋਣੀ ਸੀ। ਜਦੋਂ ਸਾਰੇ ਯਾਦਵ ਵਿਭਾਸ ਖੇਤਰ ਵਿੱਚ ਇਕੱਠੇ ਹੋ ਕੇ ਸ਼ਰਾਬਾਂ ਪੀਣ ਅਤੇ ਜੂਆ ਖੇਡਣ ਲੱਗ ਗਏ, ਆ ਕੇ ਸ਼ਰਾਬ ਦੇ ਨਸ਼ੇ ਵਿੱਚ ਜੂਆ ਖੇਡਦੇ ਆਪਸ ਵਿੱਚ ਲੜਨ ਲੱਗ ਪਏ।
ਇੱਕ ਦੂਸਰੇ ਦੇ ਜਿਹੜੇ ਧੱਕਾ ਮੁੱਕੀ ਕਰਨ ਲੱਗ ਪਏ, ਗਾਲਾਂ ਕੱਢਣ ਲੱਗ ਪਏ। ਅਖੀਰ ਹੀ ਪੁੱਟ ਕੇ ਨਾ ਉਹਨਾਂ ਨੂੰ ਦੱਬ ਮਾਰਨ ਲੱਗ ਪਏ ਇੱਕ ਦੂਸਰੇ ਨੂੰ। ਕੁਝ ਸ਼ਸਤਰਾਂ ਨਾਲ ਲੜਨ ਲੱਗ ਪਏ। ਇਉਂ ਸਾਰੇ ਹੀ ਯਾਦਵ ਆਪਸ ਵਿੱਚ ਇੱਕ ਦੂਸਰੇ ਦੇ ਜਿਹੜਾ ਰੇਤੇ ਹੋਏ ਮੂਸਲੇ ਤੋਂ ਪੈਦਾ ਹੋਈ ਦੱਬ ਸੀ ਅਤੇ ਕੁਝ ਸ਼ਸਤਰਾਂ ਨਾਲ ਲੜਦੇ ਮਰ ਗਏ। 56 ਕਰੋੜ ਯਾਦਵ ਸਾਰੇ ਮਰ ਗਏ ਸਨ। ਬਾਕੀ ਇਹ ਕ੍ਰਿਸ਼ਨ ਜੀ ਬਚੇ ਸਨ। ਕ੍ਰਿਸ਼ਨ ਜੀ ਜਿਹੜੇ ਹੈ ਉਹ ਵੀ ਜੰਗਲ ਵਿੱਚ ਗੋਡੇ ਉੱਪਰ ਚਰਨ ਰੱਖ ਕੇ ਬਿਰਾਜਮਾਨ ਹੋ ਗਏ। ਕ੍ਰਿਸ਼ਨ ਜੀ ਦੇ ਸੱਜੇ ਚਰਨ ਵਿੱਚ ਪਦਮ ਸੀ ਜੋ ਧੁੱਪ ਦੇ ਲਿਸ਼ਕਾਰੇ ਨਾਲ ਬੜਾ ਚਮਕਦਾ ਸੀ। ਉਸ ਚਮਕ ਨੂੰ ਦੂਰੋਂ ਹੀ ਵੇਖ ਕੇ ਸ਼ਿਕਾਰੀ ਨੇ ਸਮਝਿਆ ਕਿ ਇਹ ਕਿਸੇ ਹਿਰਨ ਦੀ ਅੱਖ ਹੈ। ਇਸ ਖਿਆਲ ਦੇ ਅਨੁਸਾਰ ਸ਼ਿਕਾਰੀ ਨੇ ਤੀਰ, ਜਿਸ ਨੂੰ ਮੱਛੀ ਦੇ ਪੇਟੋਂ ਨਿਕਲਿਆ ਲੋਹੇ ਦਾ ਟੁਕੜਾ ਲਾਇਆ ਹੋਇਆ ਸੀ, ਉਹੀ ਮੂਸਲ ਜਿਹਾ ਉਹ ਖਿੱਚ ਕੇ ਮਾਰਿਆ, ਜੋ ਕ੍ਰਿਸ਼ਨ ਭਗਵਾਨ ਜੀ ਦੇ ਚਰਨਾਂ ਵਿੱਚ ਆ ਵੱਜਾ, ਜਿਸ ਕਾਰਨ ਉਹ ਵੀ ਆਪਣਾ ਸਰੀਰ ਤਿਆਗ ਗਏ। ਜਦੋਂ ਨੇੜੇ ਆਇਆ ਸੀ ਵੇਖ ਕੇ ਰੋਣ ਲੱਗ ਪਿਆ, ਮੇਰੇ ਤੋਂ ਗਲਤੀ ਹੋ ਗਈ। ਕ੍ਰਿਸ਼ਨ ਭਗਵਾਨ ਜੀ ਕਹਿੰਦੇ ਵੀ ਰੋਣਾ ਕਾਹਨੂੰ ਹੈ, ਇਹ ਤਾਂ ਹੋਣਾ ਹੀ ਸੀ। ਗਲ ਵਿੱਚ ਲੀਤਾ ਕ੍ਰਿਸ਼ਨ ਜੀ ਕੀਤਾ ਆਪਗੁਣ ਹਰ ਨ ਚਿਤਾਰੀ। ਭਾਈ ਗੁਰਦਾਸ ਜੀ ਲਿਖਦੇ ਆ, ਗਲ ਵਿੱਚ ਲੈ ਲਿਆ ਸੀ ਫੰਦਕ ਨੂੰ ਅਤੇ ਕਿਹਾ ਸੀ ਵੀ ਆਪਣਾ ਉਹਦਾ ਔਗਣ ਨਹੀਂ ਸੀ ਚਿਤਾਰਿਆ। ਕਈਆਂ ਦੇ ਵੀ ਕਹਿਣਾ ਕਿ ਉਹੀ ਫੰਦਕ ਭਗਤ ਜੋ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਹੋਏ ਆ, ਜੋ ਪੰਜ ਪਿਆਰੇ ਪੁਰਾਣੇ ਭਗਤਾਂ ਦੇ ਭਗਤ ਸਨ, ਉਹਨਾਂ ਦੇ ਹੀ ਜਿਹੜੇ ਆ ਪੰਜ ਪਿਆਰੇ ਹੋਏ ਆ। ਜਿਵੇਂ ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ, ਭਾਈ ਦਾਸ ਸਿੰਘ, ਭਾਈ ਧਰਮ ਸਿੰਘ, ਸਾਰੇ ਭਗਤਾਂ ਦੇ ਅਵਤਾਰ ਸਨ। ਅਤੇ ਇਹ ਫੰਦਕ ਦਾ ਅਵਤਾਰ ਭਾਈ ਹਿੰਮਤ ਸਿੰਘ ਸਨ। ਇਹ ਕਹਿਣਾ ਹੈ ਵੀ ਉਹ ਫੰਦਕ ਉਹੀ ਸੀ, 10ਵੇਂ ਰੂਪ ਵਿੱਚ ਆ ਕੇ ਸੇਵਾ ਲਈ ਸੀ ਮਹਾਰਾਜ ਜੀ ਨੇ। ਸੋ ਰੋ ਵਿਚਾਰ ਸਾਖੀ ਤੋਂ ਇਹ ਭਾਵ ਹੈ ਕਿ ਸ਼ਰਾਬ ਪੀਣ ਦੇ ਨਾਲ ਵੇਖੋ ਕਿੱਡੇ ਵੱਡੇ ਸੂਰਮੇ ਮਾਰੇ ਗਏ। 56 ਕਰੋੜ ਯਾਦਵ ਨਾਸ ਹੋ ਗਏ ਸਨ। ਯਾਦਵ ਨੰਦਨ ਨਾਸ ਪਏ। ਯਾਦਵ ਵੰਸ਼ੀ ਕ੍ਰਿਸ਼ਨ ਭਗਵਾਨ ਜੋ ਯਾਦਵ ਸਨ, ਉਹਨਾਂ ਦੇ ਨੰਦਨ ਕਹੀਏ ਪੁੱਤਰ ਜਾਮਵੰਤੀ ਅਤੇ ਸਾਂਬੇ ਹੋਣੀ ਜਿਹੜੇ ਮਖੌਲ ਜਿਹਾ ਕਰਦੇ ਸਨ, ਹਾਂਜੀ, ਜੋ ਕਿ ਮਤਲਬ ਕ੍ਰਿਸ਼ਨ ਭਗਵਾਨ ਜੀ ਦਾ ਪੁੱਤਰ ਹੀ ਸੀ ਇਹ ਸਾਂਬਾ। ਜਾਮਵੰਤੀ ਉਹਦੀ ਗੋਪੀ ਸੀ ਅਤੇ ਉਹ ਸਾਂਬੇ ਨੇ ਮਖੌਲ ਜਿਹਾ ਕੀਤਾ, ਜਿਸ ਕਰਕੇ ਸਾਰੀ ਨਾਸ ਹੋਈ ਸੀ ਯਾਦਵ ਵੰਸ਼ੀ। ਕਿਉਂਕਿ ਮਦ ਪਾਨ ਕਰਿਓ ਜਦੋਂ ਉਹਨਾਂ ਨੇ ਸ਼ਰਾਬ ਪੀਣਾ ਕੀਤੀ ਸੀ ਲੜ ਪਏ ਸਨ। ਕ੍ਰੀਚਕ ਥੇ 100 ਭਰਾਤ। ਹੁਣ ਕਹਿੰਦੇ ਵੇਖੋ ਕ੍ਰੀਚਕ ਜੋ ਰਾਜਾ ਕੇਕਯ ਦਾ ਪੁੱਤਰ ਅਤੇ ਰਾਜਾ ਵਿਰਾਟ ਦਾ ਸਾਲਾ ਸੀ, ਅਤੇ ਇਹ 100 ਭਰਾਤ, ਇਹ 100 ਭਰਾ ਸਨ ਜੋ ਕ੍ਰੀਚਕ ਦੀ ਕਾਮ ਵਾਸ਼ਨਾ ਕਰਕੇ ਕਾਮ ਕਰ ਨਾਸ ਪਏ ਸਭ। ਕ੍ਰੀਚਕ ਅੰਦਰ ਕਾਮ ਵਾਸ਼ਨਾ ਸੀ, ਜਿਸ ਕਰਕੇ ਸਭ ਕਹੀਏ ਸਾਰੇ ਹੀ ਭੀਮ ਸੈਨ ਦੇ ਹੱਥੋਂ ਨਾਸ ਭਏ ਕਹੀਏ ਹੋ ਗਏ ਸਨ। ਹਾਂਜੀ, ਕ੍ਰੀਚਕ ਥੇ 100 ਭਰਾਤ। ਕ੍ਰੀਚਕ ਹੋਣੀ ਕਹਿੰਦੇ 100 ਭਰਾ ਸੀ, ਥੇ ਦਾ ਅਰਥ ਸੀ ਜਾਂ ਸਨ, ਅਤੇ ਕਾਮ ਵਾਸ਼ਨਾ ਕਰਕੇ ਵੇਖੋ ਨਾਸ ਪਏ ਸਾਰੇ ਕ੍ਰੀਚਕ ਦੇ ਕਰਕੇ। ਕਿਉਂਕਿ ਦ੍ਰੋਪਦੀ ਮਾਤਾ ਦੇ ਮੈਲੀ ਅੱਖ ਰੱਖਦਾ ਸੀ, ਕਹਿੰਦਾ ਸੀ ਸੁਣਾ ਕੇ ਸੁਣਾਉਂਦਾ ਸੀ, ਕਹਿੰਦਾ ਹੁੰਦਾ ਸੀ ਵੀ ਪੰਜੇ ਪਾਂਡਵ ਮੇਰੇ ਭਰਾ ਆ, ਭਾਵ ਪੰਜੇ ਪਾਂਡਵਾਂ ਦੀ ਪਤਨੀ ਹੈ ਅਤੇ ਮੇਰੀ ਪਤਨੀ ਹੈ। ਉਹ ਵੀ ਇੱਕ ਸਾਖੀ ਇਸ ਤਰ੍ਹਾਂ ਹੀ ਹੈ। ਜਿਸ ਸਮੇਂ ਪਾਂਡਵ ਜੂਏ ਵਿੱਚ ਆਪਣਾ ਸਭ ਕੁਝ ਹਾਰ ਗਏ ਸਨ ਅਤੇ ਜੂਏ ਦੀ ਸ਼ਰਤ ਮੁਤਾਬਕ ਇਹਨਾਂ ਨੇ 12 ਸਾਲ ਵਨ ਵਿੱਚ ਕੱਟੇ, 1 ਸਾਲ ਗੁਪਤ ਰਹਿ ਕੇ ਕੱਟਣਾ ਸੀ। ਜਦੋਂ 12 ਸਾਲ ਪੂਰੇ ਹੋਏ ਗਏ ਤਾਂ 13ਵਾਂ ਸਾਲ ਗੁਪਤ ਹੋਣ ਲਈ ਆਇਆ। ਤਦੋਂ ਪਾਂਡਵ ਆਪਣਾ ਭੇਸ ਬਦਲਾ ਕੇ ਵਿਰਾਟ ਰਾਜੇ ਦੇ ਪਾਸ ਨੌਕਰ ਜਿਹੜੇ ਹੋ ਕੇ ਰਹਿਣ ਲੱਗੇ। ਯੁਧਿਸ਼ਠਰ ਨੇ ਆਪਣਾ ਨਾਮ ਕੰਕ ਰਖਵਾ ਕੇ ਵਿਰਾਟ ਰਾਜੇ ਦੇ ਕੋਲ ਰਹਿਣ ਲੱਗਾ। ਭੀਮ ਸੈਨ ਆਪਣਾ ਬੱਲਭ ਨਾਮ ਰਖਵਾ ਕੇ ਰਸੋਈਆ ਹੋ ਕੇ ਰਿਹਾ, ਅਤੇ ਅਰਜਨ ਜੀ ਬਿਹੰਡਲਾ ਨਾਮ ਰਖਵਾ ਲਿਆ, ਅਤੇ ਰਾਜੇ ਦੀ ਪੁੱਤਰੀ ਨੂੰ ਨਿਰਦਕਾਰੀ
ਦਿਖਾਉਣ ਲੱਗ ਪਿਆ ਨਾਚ ਗਾਣ। ਸਹਿਦੇਵ ਜਿਹੜਾ ਆਪਣਾ ਤੰਤਪਾਲ ਨਾਮ ਰਖਵਾ ਕੇ ਗਊਆਂ ਦੇ ਤਪੇਲੇ ਵਿੱਚ ਗਊਆਂ ਦੀ ਸਾਂਭ ਸੰਭਾਲ ਕਰਨ ਲੱਗਾ। ਨਕਲ ਗ੍ਰੰਥਕ ਨਾਮ ਰਖਵਾ ਕੇ ਘੋੜਿਆਂ ਦੀ ਰਖਵਾਲੀ ਕਰਨ ਲੱਗਾ। ਅਤੇ ਜੋ ਦ੍ਰੋਪਦੀ ਮਾਤਾ ਸੀ ਉਹ ਸਹਿਰੰਦਰੀ ਬਣ ਕੇ ਜਿਹੜਾ ਵਿਰਾਟ ਰਾਜ ਦੀ ਰਾਣੀ ਸੁਦੇਸ਼ਨਾ ਦੇ ਕੋਲ ਉਸ ਦੀ ਦਾਸੀ ਬਣ ਕੇ ਰਹਿਣ ਲੱਗੀ। ਇਸ ਪ੍ਰਕਾਰ ਜਦੋਂ ਸਾਲ ਵੀ ਬੀਤਣ 'ਤੇ ਆ ਗਿਆ ਤਦੋਂ ਦ੍ਰੋਪਦੀ ਮਾਤਾ ਨੂੰ ਵਿਰਾਟ ਰਾਜੇ ਦੇ ਸੈਨਾਪਤੀ ਜਿਹੜਾ ਕ੍ਰੀਚਕ ਉਹਨੇ ਵੇਖ ਲਿਆ ਤਾਂ ਉਹ ਦੇਖਦਿਆਂ ਸਾਰੇ ਹੀ ਕਾਮ ਵਾਸ਼ਨਾ ਦੇ ਅਧੀਨ ਦ੍ਰੋਪਦੀ ਮਾਤਾ ਦੇ ਸਰੂਪ ਨੂੰ ਵੇਖ ਕੇ ਮੋਹਿਤ ਹੋ ਗਿਆ। ਉਸ ਨਾਲ ਮਿਲਣ ਦੀਆਂ ਅਨੇਕਾਂ ਗੱਲਾਂ ਜਿਹੀਆਂ ਸੋਚਣ ਲੱਗਾ। ਘਾਟਾ ਘੜ ਲੱਗਾ ਕਾਮ ਦਾ ਮਾਰਿਆ ਅਤੇ ਨਾਲ ਸੁਣਾਇਆ ਕਰੇ ਜਾਣ ਕੇ ਲੰਘਣ ਲੱਗਿਆ ਮੇਰੇ ਪੰਜੋ ਪਾਂਡਵ ਭਰਾ ਆ ਭਾ ਮੇਰੀ ਤੂੰ ਪਤਨੀ ਹੈ। ਇੱਕ ਦਿਨ ਇਸ ਨੇ ਦ੍ਰੋਪਦੀ ਨੂੰ ਜਿਹੜਾ ਬਾਹਾਂ ਤੋਂ ਪਕੜ ਲਿਆ ਅਤੇ ਦ੍ਰੋਪਦੀ ਉਸ ਕੋਲੋਂ ਛੁੱਟ ਕੇ ਸਭਾ ਵਿੱਚ ਆ ਗਈ ਜਿੱਥੇ ਵਿਰਾਟ ਰਾਜਾ ਸਿੰਘਾਸਨ 'ਤੇ ਸੁਸ਼ੋਭਿਤ ਸੀ। ਭੀਮਸੈਨ ਵੀ ਖੜ੍ਹਾ ਸੀ। ਪਰ ਕਾਂ ਵਿੱਚ ਅੰਨੇ ਹੋਏ ਕ੍ਰੀਚਕ ਨੇ ਕਿਸੇ ਦੀ ਕੋਈ ਸ਼ਰਮ ਨਾ ਕੀਤੀ ਅਤੇ ਉਹ ਵੀ ਮਗਰੇ ਆ ਗਿਆ ਅਤੇ ਸਭਾ ਵਿੱਚ ਸਭ ਦੇ ਸਾਹਮਣੇ ਜ਼ਬਰਦਸਤੀ ਦ੍ਰੋਪਦੀ ਮਾਤਾ ਨੂੰ ਪਕੜ ਲਿਆ। ਨਾ ਵਿਰਾਟ ਰਾਜਾ ਕੁਝ ਬੋਲ ਸਕਿਆ ਨਾ ਹੀ ਦ੍ਰੋਪਦੀ ਦੇ ਪੰਚਪਤੀ ਕੁਝ ਬੋਲ ਸਕੇ। ਵਿਚਾਰੇ ਵੀ ਬੋਲਦੇ ਅਤੇ ਫੜੇ ਨਾ ਜਾਈਏ ਪਤਾ ਨਾ ਲੱਗ ਜੀ ਵੀ ਇੱਥੇ ਰਹਿੰਦੇ ਆ ਅਤੇ ਫਿਰ 12 ਸਾਲ ਕੱਟਣੇ ਪੈਣਗੇ। ਚੁੱਪ ਕੀਤੇ ਰਹੇ। ਤਦ ਦ੍ਰੋਪਦੀ ਨੇ ਕ੍ਰੀਚਕ ਨੂੰ ਕਿਹਾ ਕਿ ਹੁਣ ਦੇਣਾ ਸਭ ਦੇ ਸਾਹਮਣੇ ਮੇਰੀ ਇੱਜ਼ਤ ਨੂੰ ਕਿਉਂ ਰੋਲਦਾ। ਮੈਨੂੰ ਜਿੱਥੇ ਤੂੰ ਬੁਲਾਏਂਗਾ ਮੈਂ ਰਾਤ ਉੱਥੇ ਹੀ ਆਪ ਆ ਜਾਵਾਂਗੀ। ਤਦ ਉਹ ਦ੍ਰੋਪਦੀ ਨੂੰ ਕਹਿਣ ਲੱਗਾ ਵੀ ਰਾਤ ਨੂੰ ਪਾਠਸ਼ਾਲਾ ਵਿੱਚ ਆ ਜਾਈ, ਜੇਕਰ ਨਾ ਆਈ ਤਾਂ ਕੱਲ੍ਹ ਨੂੰ ਹੋਰ ਕਰੜੀ ਸਜ਼ਾ ਵੀ ਮਿਲੇਗੀ। ਤਦ ਰੋਂਦੀ ਹੋਈ ਦ੍ਰੋਪਦੀ ਮਾਤਾ ਭੀਮਸੈਨ ਕੋਲ ਆਈ, ਸਾਰੀ ਗੱਲ ਕਹਿ ਸੁਣਾਈ। ਉਸ ਵੇਲੇ ਭੀਮਸੈਨ ਸੂਰਮਾ ਸੀ। ਉਹਨੇ ਕਿਹਾ ਕਿ ਰਾਤ ਨੂੰ ਤੂੰ ਨਹੀਂ ਮੈਂ ਜਾਵਾਂਗਾ। ਜਦੋਂ ਰਾਤ ਨੂੰ ਭੀਮਸੈਨ ਉਸਦੀ ਸੇਜਾ 'ਤੇ ਆਪ ਜਾ ਕੇ ਬੈਠ ਗਿਆ। ਜਦੋਂ ਕ੍ਰੀਚਕ ਕਾਮਵਾਸਨਾ ਹੋਇਆ ਆਇਆ, ਜਦੋਂ ਸੋਚਿਆ ਵੀ ਦ੍ਰੋਪਦੀ ਹੈ ਕਾਮ ਵਾਸਨਾ ਪੂਰੀ ਹੋ ਗਈ, ਹੱਥ ਨੂੰ ਪਾਇਆ, ਹੱਥ ਆਪਣਾ ਗਾਂਹ ਵਧਾਇਆ। ਤਦ ਬੇਅੰਤ ਬਲ ਵਾਲੇ ਭੀਮ ਨੇ ਉਸਨੂੰ ਕੁੱਟ ਕੇ ਮਾਰ ਦਿੱਤਾ ਅਤੇ ਕ੍ਰੀਚਕ ਨੂੰ ਚੁੱਕ ਕੇ ਛੱਤ ਦੇ ਸ਼ਤੀਰ ਦੇ ਹੇਠਾਂ ਦੇ ਦਿੱਤਾ। ਬੜਾ ਬਲੀ ਸੀ ਭੀਮਸੈਨ। ਅਗਲੇ ਦਿਨ ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਕ੍ਰੀਚਕ ਦੇ 100 ਭਰਾ ਉਹ ਵੀ ਬੜੇ ਗੁੱਸੇ ਵਿੱਚ ਆਏ। ਉਸ ਦਾ ਸੰਸਕਾਰ ਕਰਨ ਲਈ ਉਸ ਨੂੰ ਲੈ ਕੇ ਚੱਲੇ। ਤਦ ਦ੍ਰੋਪਦੀ ਨੂੰ ਵੀ ਨਾਲ ਬੰਨ੍ਹ ਲਿਆ ਕਿ ਇਸ ਦੇ ਕਾਰਨ ਸਾਡੇ ਭਰਾ ਦੀ ਮੌਤ ਹੋਈ ਹੈ, ਦੋਸ਼ੀ ਲੱਭਣਾ। ਉਸ ਵੇਲੇ ਭੀਮਸੈਨ ਨੇ ਉਜਾੜ ਵਿੱਚ ਪਹੁੰਚ ਕ੍ਰੀਚਕ ਦੇ 100 ਭਰਾ ਹਿੱਚੇ ਵਿੱਚ ਸੁੱਟ ਕੇ ਮਾਰ ਮੁਕਾਏ ਸਨ। ਇੱਕ ਬ੍ਰਾਹਮਣ ਬਚ ਗਿਆ ਸੀ। ਉਸ ਨੂੰ ਤਾਨਾ ਮਾਰਿਆ ਕਿ ਬ੍ਰਾਹਮਣ ਹੱਤਿਆ ਲੱਗੇਗੀ। ਤਦ ਉਸ ਦੀ ਜ਼ੁਬਾਨ ਫੜ ਕੇ ਮਸਲ ਦਿੱਤੀ ਅਤੇ ਉਸਨੂੰ ਗੂੰਗਾ ਕਰ ਦਿੱਤਾ ਵੀ ਦੱਸ ਨਾ ਸਕੇ। ਸੋ ਭਾਵ ਇਹ ਹੈ ਕਿ ਕਾਮ ਵਾਸਨਾ ਦੇ ਵੇਖੋ ਵਿੱਚ ਅੰਨਾ ਹੋਇਆ ਰਾਜਾ ਕ੍ਰੀਚਕ ਆਪ ਤਾਂ ਮਰਿਆ ਹੀ ਸੀ, ਨਾਲ ਆਪਣੇ 100 ਭਰਾਵਾਂ ਨੂੰ ਲੈ ਡੁੱਬਿਆ। ਅਰਥਾਤ ਕਾਮ ਵਿੱਚ ਅੰਨਾ ਹੋਇਆ ਮਨੁੱਖ ਆਪ ਤਾਂ ਮੂੰਹ ਕਾਲਾ ਕਰਾਉਂਦਾ ਹੀ ਹੈ, ਉਹਦਾ ਹੁੰਦਾ ਹੀ ਹੈ, ਪਰ ਨਾਲ ਦੇ ਸੰਗੀਆਂ ਨੂੰ ਕਲੰਕਿਤ ਕਰ ਦਿੰਦਾ। ਹਾਂਜੀ, ਇਸ ਕਰਕੇ ਕਹਿੰਦੇ ਆ ਕ੍ਰੀਚਕ ਥੇ 100 ਭਰਾ। ਕ੍ਰੀਚਕ ਹੋਣੀ 100 ਭਰਾ ਤਾਂ ਕਹੀਏ ਭਰਾ ਥੇ ਕਹੀਏ ਸੀ ਸਜਾ ਸਨ। ਅਤੇ ਕਾਮ ਕਰ ਨਾਸ ਪਏ ਸਭ, ਸਾਰੇ ਕਾਮ ਕਰਕੇ ਨਾਸ ਹੋ ਗਏ। ਭਰਾ ਦੇ ਮਗਰ ਲੱਗਣੇ ਕਰਕੇ ਉਹਨਾਂ ਦੀ ਵੀ ਮੌਤ ਹੋਈ। ਨਰਿਪ ਮ੍ਰਿਗੀਆ ਕਰ ਪ੍ਰੀਖਤ ਹਤਿਓ। ਹੁਣ ਇਸ ਤੁਕ ਦੇ ਵਿੱਚ ਜਿਹੜੀ ਅਹਿੰਸਾ ਆ, ਪਹਿਲਾਂ ਦੱਸਿਆ ਨਾ 7 ਕਿਹੜੇ ਆ ਆਦਤਾਂ ਵਿਸ਼ੇ ਉਹਨਾਂ ਦੱਸਣ ਡੇ। ਇਹਦੇ ਵਿੱਚ ਅਹਿੰਸਾ ਦੱਸਦੇ ਆ ਰਾਜੇ ਪ੍ਰੀਸ਼ਦ ਦੇ ਰਾਹੀਂ ਅਤੇ ਚੋਰੀ ਕਰ ਸਿਵ ਭੂਪਹਾਦ। ਚੋਰੀ ਅਤੇ ਸ਼ਿਵ ਰਾਜਾ ਦੀ ਜਿਹੜਾ ਚੋਰੀ ਕਰਕੇ ਸ਼ਿਵ ਰਾਜਾ ਨੂੰ ਕਿਵੇਂ ਦੁੱਖ ਹੋਇਆ ਉਹ ਦੱਸਣ ਲੱਗ ਪਏ ਵੀ ਕਿਵੇਂ ਉਹ ਨਾਸ ਹੋਏ। ਨਰਿਪ ਮ੍ਰਿਗੀਆ ਕਰ ਪ੍ਰੀਖਤ ਹਤਿਓ। ਨਰਿਪ ਕਹੀਏ ਰਾਜਾ
ਪਰੀਖਤ ਮ੍ਰਿਗੀਆ ਕਹੀਏ ਹਿਰਨ ਦਾ ਸ਼ਿਕਾਰ ਕਰਨ ਕਰ ਕਹੀਏ ਕਰਕੇ ਅਤੇ ਉਹ ਕਹੀਏ ਨਾਸ ਹੋ ਗਿਆ ਸੀ। ਚੋਰੀ ਕਰ ਸਿਵ ਭੂਪ ਹੱਥ, ਤੇ ਚੋਰੀ ਕਰਕੇ ਸ਼ਿਵ ਜਿਹੜਾ ਸ਼ਿਵੀ ਭੂਪ ਰਾਜਾ ਸੀ ਉਹ ਹੱਥ ਕਹੀਏ ਨਾਸ ਹੋ ਗਿਆ ਸੀ, ਮਰ ਗਿਆ ਸੀ। ਇਹ ਤੁਕ ਵਿੱਚ ਵੇਖੋ ਦੋ ਰਾਜਿਆਂ ਦੀਆਂ ਸਾਖੀਆਂ ਤੇ ਵੱਡਾ ਇਹਦੇ ਵਿੱਚ ਸਿਧਾਂਤ ਹੈ। ਕਹਿੰਦੇ ਆ ਵੇਖੋ ਨਿਰਭਕ ਰਾਜਾ ਜਿਹੜਾ ਪਰੀਖਤ ਸੀ, ਪਰੀਛਤ ਰਾਜਾ, ਉਹ ਮ੍ਰਿਗੀਆ ਕੇ ਹਿਰਨ ਦਾ ਸ਼ਿਕਾਰ ਕਰ ਕਰਕੇ ਅਤੇ ਉਹ ਨਾਸ ਹੋ ਗਿਆ ਸੀ, ਮਾਰਿਆ ਗਿਆ ਸੀ। ਉਹ ਵੀ ਸਾਖੀ ਬਹੁਤ ਲੰਮੀ ਹੈ। ਜਿਸ ਤਰ੍ਹਾਂ ਸਮਝ ਪੈਂਦੀ ਸੁਣਾਈਏ ਇਸ ਤਰ੍ਹਾਂ ਵਾ ਵੀ ਉਹ ਰਾਜਾ ਪਰੀਛਤ ਮਹਾਂਭਾਰਤ ਦੇ ਸੂਰਬੀਰ ਧਨਖਧਾਰੀ ਅਰਜਨ ਦਾ ਪੋਤਰਾ ਅਤੇ ਅਭਿਮਨੂ ਦਾ ਪੁੱਤਰ ਸੀ। ਇਹ ਇੰਦਰਪ੍ਰਸਥ ਅਤੇ ਹਸਤਨਾਪੁਰ ਦਾ ਮਾਲਕ ਬਣ ਕੇ ਰਾਜ ਕਰਦਾ ਰਿਹਾ। ਇਹ ਬਹੁਤ ਧਰਮੀ ਰਾਜਾ ਹੋਇਆ। ਇੱਕ ਦਿਨ ਇਸ ਨੇ ਸੋਚਿਆ ਕਿ ਇਸ ਕਾਲਯੁੱਗ ਦੇ ਉਪੱਦਰਵਾਂ ਤੋਂ ਭੈ-ਭੀਤ ਹੋ ਕੇ ਮੇਰੇ ਬਜ਼ੁਰਗ ਹਿਮਾਲਯ ਵਿੱਚ ਜਾ ਕੇ ਬਰਫ਼ ਵਿੱਚ ਮਰਨਾ ਪ੍ਰਵਾਨ ਕਰ ਗਏ, ਪਰ ਕਾਲਯੁੱਗ ਵਿੱਚ ਰਾਜ ਕਰਨਾ ਪ੍ਰਵਾਨ ਨਾ ਕੀਤਾ। ਮੈਂ ਦੇਖਾਂ ਕਿ ਮੇਰੇ ਰਾਜ ਵਿੱਚ ਇਸ ਦਾ ਕੀ ਪ੍ਰਭਾਵ ਹੈ। ਇਹ ਘੋੜੇ 'ਤੇ ਚੜ੍ਹ ਕੇ ਬਾਹਰ ਨੂੰ ਚੱਲ ਪਿਆ। ਤਦ ਕਾਲਯੁੱਗ ਨੇ ਇੱਕ ਭਿਆਨਕ ਰੂਪ ਧਾਰਨ ਕਰਕੇ ਆਪਣਾ ਪ੍ਰਭਾਵ ਦਿਖਾਇਆ ਕਿ ਇੱਕ ਬਲਦ ਜਿਸ ਦੀਆਂ ਲੱਤਾਂ ਟੁੱਟੀਆਂ ਹਨ ਅਤੇ ਇੱਕ ਲੱਤ ਦੇ ਸਹਾਰੇ ਤੁਰ ਰਿਹਾ ਹੈ, ਅਤੇ ਕਾਲਯੁੱਗ ਕਸਾਈ ਦਾ ਰੂਪ ਧਾਰ ਕੇ ਉਸਨੂੰ ਕੁੱਟ ਰਿਹਾ ਹੈ। ਜਦੋਂ ਪਰੀਛਤ ਨੇ ਕਾਲਯੁੱਗ ਨੂੰ ਉਸ ਬਲਦ ਤਾਈਂ ਕੁੱਟਦੇ ਦੇਖਿਆ ਤਾਂ ਉਸਨੇ ਤੁਰੰਤ ਆਪਣੇ ਧਨੁਸ਼ ਬਾਣ ਨੂੰ ਸੰਭਾਲ ਲਿਆ, ਅਤੇ ਜਦੋਂ ਉਸਨੂੰ ਮਾਰਨ ਲੱਗਾ ਤਾਂ ਉਸਨੇ ਕਿਹਾ, ਤੂੰ ਮੈਨੂੰ ਮਾਰ ਨਹੀਂ ਸਕਦਾ ਕਿਉਂਕਿ ਮੈਨੂੰ ਪਰਮੇਸ਼ਰ ਨੇ ਰਾਜ ਬਖਸ਼ਿਆ ਅਤੇ ਤੈਨੂੰ ਵੀ ਆਪਾਂ ਇੱਕ ਸਮਝੌਤਾ ਕਰ ਲੈਂਦੇ ਹਾਂ। ਤਾਂ ਪਰੀਛਤ ਨੇ ਕਿਹਾ ਕਿ ਸਮਝੌਤਾ ਇਹੋ ਹੀ ਹੈ ਕਿ ਜਿੱਥੋਂ ਤੱਕ ਮੇਰੇ ਰਾਜ ਦੀ ਹੱਦ ਹੈ ਤੂੰ ਉਸ ਤੋਂ ਬਾਹਰ ਚਲਾ ਜਾ। ਕਾਲਯੁੱਗ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ ਕਿਉਂਕਿ ਤੂੰ ਤਾਂ ਥੋੜ੍ਹਾ ਸਮਾਂ ਰਾਜ ਕਰਕੇ ਚਲਾ ਜਾਣਾ, ਪਰ ਮੇਰਾ ਰਾਜ 4,32,000 ਵਰ੍ਹੇ ਤੱਕ ਰਹੇਗਾ। ਇਹ ਅਧਿਆਤਮ ਪ੍ਰਕਾਸ਼ 'ਚ ਪੜ੍ਹਿਆ। ਇੱਕ ਗੱਲ ਤਾਂ ਹੋ ਸਕਦੀ ਹੈ ਕਿ ਤੂੰ ਇੱਕ ਨਿਯਮ ਬਣਾ ਕੇ ਜਿੱਥੇ ਜਿੱਥੇ ਕਹੇਗਾ ਮੈਂ ਉੱਥੇ ਉੱਥੇ ਨਿਵਾਸ ਕਰ ਲਵਾਂਗਾ, ਜਿੱਥੇ ਨਹੀਂ ਕਹੇਗਾ ਉੱਥੇ ਨਹੀਂ ਜਾਵਾਂਗਾ, ਪਰ ਰਹਾਂਗਾ ਤੇਰੇ ਰਾਜ ਵਿੱਚ ਹੀ। ਤਦ ਪਰੀਛਤ ਨੇ ਕਿਹਾ ਕਿ ਜਿੱਥੇ ਕੋਈ ਨਾਮ ਜਪਦਾ ਤੂੰ ਉੱਥੇ ਨਹੀਂ ਜਾਵੇਂਗਾ, ਪਹਿਲੀ ਗੱਲ। ਦੂਸਰੀ ਗੱਲ ਇਹ ਆ ਜਿੱਥੇ ਕੋਈ ਦਾਨ ਪੁੰਨ ਕਰਦਾ ਤੂੰ ਉੱਥੇ ਨਹੀਂ ਜਾਵੇਂਗਾ। ਤੀਸਰੀ ਗੱਲ ਜਿੱਥੇ ਸਤ ਸੰਗਤ ਹੋ ਰਹੀ ਹੋਵੇ ਤੂੰ ਉੱਥੇ ਨਹੀਂ ਜਾਵੇਂਗਾ। ਚੌਥੀ ਗੱਲ ਸਤ ਪ੍ਰਤੱਗੀ, ਸਤ ਦਾ ਨਿਯਮ ਰੱਖਣ ਵਾਲੇ, ਸਤ ਪ੍ਰਣ ਕਰਨ ਵਾਲੇ ਧਰਮੀ ਮਨੁੱਖ ਕੋਲ ਵੀ ਤੂੰ ਨਹੀਂ ਜਾਵੇਂਗਾ। ਇਹ 4 ਗੱਲਾਂ। ਇਹ ਸੁਣ ਕੇ ਕਾਲਯੁੱਗ ਨੇ ਕਿਹਾ ਕਿ ਮੈਂ ਫਿਰ ਕਿੱਥੇ ਜਾਵਾਂ। ਤਦ ਰਾਜੇ ਪਰੀਛਤ ਨੇ ਕਿਹਾ ਕਿ ਜਿੱਥੇ ਕੋਈ ਝੂਠ ਬੋਲਦਾ, ਬੇਵਿਚਾਰ ਕਰਦਾ, ਸ਼ਰਾਬ ਪੀਂਦਾ, ਜੀਵਾਂ ਨੂੰ ਮਾਰਦਾ, ਜੂਆ ਖੇਡਦਾ ਅਤੇ ਨਖਿੱਧ ਕਰਮ ਕਰਦਾ, ਮਾੜੇ ਕੰਮ ਕਰਦਾ, ਉੱਥੇ ਤੇਰਾ ਵਾਸਾ ਹੋਵੇ, ਉੱਥੇ ਤੂੰ ਜਾ। ਤਦ ਕਾਲਯੁੱਗ ਨੇ ਕਿਹਾ ਕਿ ਤੂੰ ਧਰਮੀ ਰਾਜਾ, ਮੇਰੇ ਨਾਲ ਇਤਨਾ ਕੁ ਇਨਸਾਫ ਕਰ ਕਿ ਇਹਨਾਂ ਮਾੜਿਆਂ ਟਿਕਾਣਿਆਂ ਤੋਂ ਕੋਈ ਇੱਕ ਦਾ ਚੰਗਾ ਟਿਕਾਣਾ ਦੱਸ ਜਿੱਥੇ ਮੇਰਾ ਨਿਵਾਸ ਹੋਵੇ, ਉੱਥੇ ਜਾਵਾਂ। ਤਦ ਰਾਜੇ ਪਰੀਛਤ ਨੇ ਕਿਹਾ ਕਿ ਸੋਨੇ ਦੇ ਉੱਪਰ ਵੀ ਤੇਰਾ ਵਾਸਾ ਹੋਵੇਗਾ। ਕਾਲਯੁੱਗ ਨੇ ਸਵੀਕਾਰ ਕੀਤਾ। ਫਿਰ ਇੱਕ ਦਿਨ ਰਾਜਾ ਪਰੀਛਤ ਸ਼ਿਕਾਰ ਖੇਡਣ ਲਈ ਜੰਗਲ ਵਿੱਚ ਗਿਆ। ਰਾਜੇ ਨੇ ਖਿਆਲ ਨਾ ਕੀਤਾ ਕਿ ਮੇਰੇ ਸਿਰ ਉੱਪਰ ਸੋਨੇ ਦਾ ਮੁਕਟ ਪਹਿਨਿਆ ਹੋਇਆ ਹੈ, ਅਤੇ ਕਾਲਯੁੱਗ ਨੇ ਸੂਖਮ ਰੂਪ ਧਾਰ ਕੇ ਉਸ ਦੇ ਮੁਕਟ ਵਿੱਚ ਪ੍ਰਵੇਸ਼ ਕਰ ਲਿਆ ਅਤੇ ਰਾਜੇ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ। ਕਈ ਕਹਿੰਦੇ ਵੀ ਮੱਖੀ ਬਣ ਗਿਆ ਸੀ, ਮੁਕਟ ਉੱਪਰ ਬੈਠਾ ਹੈ। ਰਾਜੇ ਨੇ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਸ਼ਿਕਾਰ ਪ੍ਰਾਪਤ ਨਾ ਹੋਇਆ। ਤਦ ਇੱਕ ਹਿਰਨ ਰਾਜੇ ਦੇ ਅੱਗੋਂ ਨਿਕਲਿਆ ਜੋ ਯਤਨ ਕਰਨ 'ਤੇ ਵੀ ਪਕੜਿਆ ਨਾ ਗਿਆ। ਤਦ ਹਿਰਨ ਨੂੰ ਭਾਲਦਾ ਭਾਲਦਾ ਸੰਘਣੇ ਜੰਗਲ ਵਿੱਚ ਚਲਾ ਗਿਆ ਜਿੱਥੇ ਵਿਭਾਂਡਵ ਜਾਂ ਵਿਭਾਂਡਕ ਰਿਸ਼ੀ ਤਪ ਕਰ ਰਿਹਾ ਸੀ। ਰਾਜੇ ਨੇ ਉਸ ਨੂੰ ਪੁੱਛਿਆ ਕਿ ਮੇਰਾ ਸ਼ਿਕਾਰ ਤੇਰੇ ਸਾਹਮਣੇ ਲੰਘ ਕੇ ਕਿਸੇ ਪਾਸੇ ਵੱਲ ਗਿਆ ਹੈ ਮੁਨੀ ਜੀ ਦੱਸੋ, ਰਿਸ਼ੀ ਜੀ ਦੱਸੋ।
ਰਾਜੇ ਦੀ ਬੁੱਧੀ ਉਸ ਵੇਲੇ ਭ੍ਰਿਸ਼ਟ ਹੋ ਚੁੱਕੀ ਸੀ, ਕਿਉਂਕਿ ਇਹ ਸਵਾਲ ਰਿਖੀ ਨੂੰ ਪੁੱਛਣ ਵਾਲਾ ਹੀ ਨਹੀਂ ਸੀ। ਰਿਖੀ ਤਾਂ ਸਮਾਧੀ ਵਿੱਚ ਲੀਨ ਸੀ, ਉਹਦੇ ਅੱਖਾਂ ਬੰਦ ਸੀ। ਜਦੋਂ ਪੁੱਛਣ ਤੋਂ ਕੋਈ ਉੱਤਰ ਨਾ ਦਿੱਤਾ ਤਾਂ ਰਾਜੇ ਨੇ ਕਿਹਾ ਕਿ ਮੈਨੂੰ ਉੱਤਰ ਦੇਣ ਦੀ ਬਜਾਏ ਅੱਖਾਂ ਬੰਦ ਕਰਕੇ ਪਖੰਡ ਕਰ ਰਿਹਾ ਤੂੰ ਰਿਖੀਆ। ਤੂੰ ਮੈਨੂੰ ਕੁਝ ਦੱਸ ਕਿਉਂ ਨਹੀਂ ਰਿਹਾ ਓਏ? ਇਹ ਮੇਰਾ ਨਰਾਦਰ ਹੈ, ਮੈਂ ਰਾਜਾ ਹੁੰਨਾ ਵਾਂ, ਤੂੰ 2 ਕੌੜੀ ਦਾ ਰਿਖੀ ਬੈਠਾ ਜੰਗਲ ਵਿੱਚ ਬਿਨਾਂ ਕੱਪੜਿਆਂ ਤੋਂ। ਹੁਣ ਬਦਲੇ ਵਿੱਚ ਤੈਨੂੰ ਵੀ ਨਰਾਦਰੇ ਦੇ ਕੇ ਜਾਊਂਗਾ ਮੈਂ। ਤਦੋਂ ਇਸ ਨੇ ਜਿਹੜਾ ਧਨੁਸ਼ ਦੇ ਗੋਛੇ ਦੇ ਨਾਲ ਉੱਥੇ ਲਾਗੇ ਕਰਤੱਬੀ ਕਿਤੇ ਦਿਨ ਮਾੜੇ ਸਨ, ਰਾਜੇ ਦੇ ਇੱਕ ਸੱਪ ਮਰਿਆ ਪਿਆ ਸੀ, ਉਹ ਸੱਪ ਚੁੱਕ ਕੇ ਉਹਦੇ ਗਲ ਵਿੱਚ ਪਾ ਦਿੱਤਾ ਤੇ ਰਾਜਾ ਪ੍ਰੀਸ਼ਦ ਵਾਪਸ ਮਹਿਲਾਂ ਵਿੱਚ ਚਲਾ ਗਿਆ ਘੋੜੇ 'ਤੇ ਚੜ੍ਹ ਕੇ। ਜਦੋਂ ਇਸ ਨੇ ਮੁਕਟ ਲਾ ਕੇ ਰੱਖ ਦਿੱਤਾ ਤਾਂ ਫੇਰ ਖਿਆਲ ਆ ਕਿ ਮੇਰੇ ਕੋਲੋਂ ਕਿੱਡਾ ਮਾੜਾ ਕੰਮ ਹੋਵੇ। ਮੈਂ ਤਾਂ ਉਸ ਵੰਸ਼ ਵਿੱਚ ਹਾਂ ਜਿੱਥੇ ਰਿਸ਼ੀਆਂ ਮੁਨੀਆਂ ਦਾ ਬੇਅੰਤ ਸਤਿਕਾਰ ਕੀਤਾ ਜਾਂਦਾ ਮਨਾ। ਮੈਂ ਉਸ ਰਿਸ਼ੀ ਕੋਲ ਜਾ ਕੇ ਖਿਮਾ ਮੰਗਦਾ, ਕਿਉਂਕਿ ਮੈਂ ਬੜਾ ਮਾੜਾ ਕੰਮ ਕੀਤਾ, ਸਭ ਗਲ 'ਚ ਪਾਇਆ। ਰਿਸ਼ੀ ਚਲੋ ਬਖਸ਼ੀ ਦਿੰਦੇ, ਪੂਰਨ ਹੁੰਦੇ ਆ। ਉੱਧਰ ਰਿਸ਼ੀ ਅਜੇ ਸਮਾਧੀ ਵਿੱਚ ਹੀ ਸਥਿਤ ਸੀ। ਸੁੰਨ ਸਮਾਧੀ, ਸੱਪ ਸੁੱਪ ਦਾ ਕੋਈ ਧਿਆਨ ਨਹੀਂ ਇੰਨਾ। ਇਸ ਰਿਸ਼ੀ ਦਾ ਜਿਹੜਾ ਬੱਚਾ ਸੀ ਸ੍ਰਿੰਗੀ ਰਿਸ਼ੀ, ਜਿਸ ਦਾ ਤਪ ਪ੍ਰਮਾਣ ਹੋਣ ਤੋਂ ਉਸਨੂੰ ਬ੍ਰਹਮ ਲੋਕ ਵਿੱਚ ਵਾਕ ਸਿੱਧੀ ਦਾ ਵਰ ਮਿਲ ਗਿਆ ਸੀ ਕਿ ਤੂੰ ਜੋ ਵੀ ਕਹੇਂਗਾ ਉਹ ਪੂਰਾ ਹੋ ਜਾਊਗਾ। ਇਹ ਵਾਰ ਪ੍ਰਾਪਤ ਕਰਕੇ ਬ੍ਰਹਮ ਲੋਕ ਤੋਂ ਵਾਪਸ ਆ ਰਿਹਾ ਸੀ ਇਹ ਸ੍ਰਿੰਗੀ ਰਿਸ਼ੀ। ਜਦੋਂ ਇਸ ਨੇ ਆ ਕੇ ਆਪਣੇ ਗੁਰੂ ਦੀ ਅਜਿਹੀ ਹਾਲਤ ਦੇਖੀ, ਕਈ ਕਹਿੰਦੇ ਪਿਤਾ ਹੀ ਸੀ, ਗੁਰੂ ਵੀ ਤੇ ਪਿਤਾ ਵੀ, ਤਾਂ ਆਪਣੇ ਗੁਰੂ ਦਾ ਨਰਾਦਰ ਸਹਿਣ ਨਾ ਕਰ ਸਕਿਆ। ਇਸ ਨੇ ਸ਼ਰਾਪ ਦਿੱਤਾ ਕਿ ਜਿਸ ਨੇ ਮੇਰੇ ਗੁਰੂ ਦੇ ਗਲ ਵਿੱਚ ਮਰਿਆ ਸੱਪ ਪਾ ਕੇ ਮੇਰੇ ਗੁਰੂ ਦਾ ਅਪਮਾਨ ਕੀਤਾ ਹੈ, ਹੁਣ ਕੋਈ ਵੀ ਆਪਣੇ ਗੁਰੂ ਦਾ ਨਰਾਦਰ ਤੇ ਵੇਖ ਨਹੀਂ ਸਕਦਾ। ਜਿਸ ਕਰਕੇ ਸ੍ਰਿੰਗੀ ਰਿਸ਼ੀ ਦਾ ਹੁਣ ਪਿਤਾ ਵੀ ਆ ਤੇ ਗੁਰੂ ਵੀ ਆ, ਸਿੱਖਿਆ ਵੀ ਲੈਂਦੇ ਉਹਦੇ ਕੋਲ, ਸਾਰਾ ਕੁਝ ਪੜ੍ਹਦੇ ਲਿਖਦੇ ਸਨ ਤੇ ਅਭਿਆਸੀ ਸਨ ਬਹੁਤ ਮਹਾਨ। ਫਿਰ ਸ੍ਰਿੰਗੀ ਰਿਸ਼ੀ ਜੀ ਨੇ ਜਿਹੜਾ ਸ਼ਰਾਪ ਦੇ ਦਿੱਤਾ ਕਿ ਜਿਸ ਨੇ ਮੇਰੇ ਗੁਰੂ ਦੇ ਗਲ ਵਿੱਚ ਮਰਿਆ ਸੱਪ ਪਾ ਕੇ ਮੇਰੇ ਗੁਰੂ ਦਾ ਅਪਮਾਨ ਕੀਤਾ, ਉਸ ਦੀ ਵੀ ਅੱਜ ਤੋਂ 7ਵੇਂ ਦਿਨ ਜਿਹੜੀ ਹੈ ਇਸ ਸੱਪ ਡੰਗੇ ਦੇ ਨਾਲ ਹੀ ਮੌਤ ਹੋ ਗਈ, ਕਿਉਂਕਿ ਇਹਨੇ ਸੱਪ ਹੀ ਪਾਇਆ। ਸ਼ਰਾਪ ਦੇਖ ਕੇ ਥੋੜ੍ਹਾ ਜਿਹਾ ਸ਼ਾਂਤ ਹੋਇਆ। ਤਦੋਂ ਵਿਭਾਂਡਵ ਰਿਸ਼ੀ ਨੇ ਆਪਣੇ ਨੇਤਰ ਖੋਲ੍ਹੇ ਤੇ ਸਾਹਮਣੇ ਆਪਣੇ ਸ਼ਿਸ਼ ਨੂੰ ਥੋੜ੍ਹਾ ਕ੍ਰੋਧ ਦੇ ਸਹਿਤ ਬੈਠਾ ਦੇਖਿਆ। ਰਿਸ਼ੀ ਜਾਣਦਾ ਸੀ ਕਿ ਮੇਰਾ ਸ਼ਿਸ਼ ਬਹੁਤ ਛੇਤੀ ਗੁੱਸੇ ਵਿੱਚ ਆ ਜਾਂਦਾ, ਕ੍ਰੋਧੀ ਹੋ ਜਾਂਦਾ। ਆਪਣੇ ਗਲ ਵਿੱਚ ਮਰਿਆ ਸੱਪ ਦੇਖ ਕੇ ਰਿਸ਼ੀ ਨੇ ਆਪਣੇ ਦਿਵ ਨੇਤਰਾਂ ਨਾਲ ਦੇਖਿਆ ਕਿ ਮੇਰੇ ਗਲੇ ਵਿੱਚ ਰਾਜੇ ਪ੍ਰੀਸ਼ਦ ਨੇ ਸੱਪ ਪਾਇਆ ਹੈ। ਰਿਸ਼ੀ ਨੇ ਆਪਣੇ ਸ਼ਿਸ਼ ਨੂੰ ਪੁੱਛਿਆ ਕਿ ਮੇਰੇ ਗਲੇ ਵਿੱਚ ਮਰਿਆ ਸੱਪ ਦੇਖ ਕੇ ਵੀ ਤੂੰ ਕੋਈ ਸ਼ਰਾਪ ਨਹੀਂ ਦੇ ਦਿੱਤਾ? ਜਾਣਦੇ ਤੇ ਸਾਰੀ ਕੁਝ ਸੀ। ਅੱਗੋਂ ਸ੍ਰਿੰਗੀ ਰਿਸ਼ੀ ਨੇ ਕਿਹਾ ਕਿ ਉਹ ਸ਼ਿਸ਼ ਹੀ ਕਾਹਦਾ ਜੋ ਆਪਣੇ ਗੁਰੂ ਦਾ ਅਪਮਾਨ ਸਹਿਣ ਕਰ ਲਵੇ। ਸਤਿਗੁਰੂ ਵੀ ਕਹਿੰਦੇ ਗੁਰ ਕੀ ਨਿੰਦਾ ਸੁਣੇ ਨਾ ਕਾਣ, ਭੇਟ ਕਰੋ ਤੇ ਸੰਗ ਕੁਰਬਾਨ। ਇਸ ਲਈ ਮੈਂ ਇਹ ਸ਼ਰਾਪ ਦੇ ਦਿੱਤਾ ਕਿ ਅੱਜ ਤੋਂ 7ਵੇਂ ਦਿਨ ਨੂੰ ਸੱਪ ਦੇ ਡੰਗਿਆਂ ਉਹ ਜੀ ਮੌਤ ਹੋ ਜਾਊਗੀ ਜਿਹਨੇ ਅਪਮਾਨ ਕੀਤਾ। ਤਦ ਵਿਭਾਂਡਵ ਰਿਸ਼ੀ ਨੇ ਕਿਹਾ ਕਿ ਹੇ ਪੁੱਤਰ, ਇਹ ਬਹੁਤ ਮਾੜਾ ਕੰਮ ਹੋਇਆ, ਕਿਉਂਕਿ ਅਜਿਹਾ ਧਰਮੀ ਰਾਜਾ ਸੰਸਾਰ ਵਿੱਚ ਕਦੇ ਕਦੇ ਪੈਦਾ ਹੁੰਦਾ ਹੈ, ਪ੍ਰੀਸ਼ਦ ਰਾਜੇ ਵਰਗਾ। ਇਹ ਰਾਜਾ ਪ੍ਰੀਸ਼ਦ ਸੀ ਜਿਹਨੂੰ ਤੂੰ ਇਹ ਗੱਲ ਕਹਿ ਦਿੱਤੀ। ਸ਼ਿਸ਼ ਨੇ ਕਿਹਾ ਕਿ ਜੇ ਧਰਮੀ ਰਾਜ ਨੇ ਐਸਾ ਖੋਟਾ ਕੰਮ ਕਿਉਂ ਕੀਤਾ ਜਿਹਨੂੰ ਇੰਨੀ ਸਮਝ ਨਹੀਂ। ਰਿਸ਼ੀ ਨੇ ਕਿਹਾ ਕਾਲਯੁਗ ਦੇ ਵੇਖੋ ਪ੍ਰਭਾਵ ਨੇ ਉਹਦੀ ਮੱਤ ਮਾਰ ਦਿੱਤੀ ਹੈ, ਕਿਉਂਕਿ ਕਾਲਯੁਗ ਉਸ ਦੇ ਮੁਕਟ ਵਿੱਚ ਪ੍ਰਵੇਸ਼ ਕਰ ਗਿਆ ਸੀ ਤੇ ਉਹਦੀ ਬੁੱਧੀ ਭ੍ਰਿਸ਼ਟ ਕਰਕੇ ਉਸ ਕੋਲ ਇਹ ਕੰਮ ਕਰਵਾਇਆ। ਕਿਉਂਕਿ ਕਾਲਯੁਗ ਚਾਹੁੰਦਾ ਵੀ ਮੈਂ ਰਾਜ ਕਰਾਂ ਤੇ ਮਰ ਜਾਵੇ, ਪਰ ਹੁਣ ਕੁਝ ਨਹੀਂ ਹੋ ਸਕਦਾ। ਤੀਰ ਕਮਾਨ ਚੋਂ ਨਿਕਲ ਗਿਆ, ਉਹ ਮੁੜਦਾ ਨਹੀਂ ਹੈ, ਬਚਨ ਮੂੰਹ 'ਚੋਂ ਚਲਾ ਗਿਆ, ਮੁੜਦਾ ਨਹੀਂ। ਤੂੰ ਜਾ ਤੇ ਉਸ ਦੀ ਨੂੰ ਜਾਣਕਾਰੀ ਦੇ ਕੇ ਉਹ 7 ਦਿਨਾਂ ਵਿੱਚ ਆਪਣੇ ਕਲਿਆਣ ਦਾ ਕੋਈ ਕਾਰਜ ਕਰ ਲਵੇ। ਤਾਂ ਸ੍ਰਿੰਗੀ ਰਿਸ਼ੀ ਨੇ ਆਪਣੇ ਗੁਰਦੇਵ ਦਾ ਹੁਕਮ ਮੰਨਦਿਆਂ ਰਾਜੇ ਪ੍ਰੀਸ਼ਦ ਨੂੰ ਕਿਹਾ ਕਿ ਮੇਰੇ ਗੁਰੂ ਦੇ ਗਲ ਵਿੱਚ ਤੇਰੇ ਦੁਆਰਾ ਸੱਪ ਪਾਉਣ ਦੇ ਕਾਰਨ ਮੇਰੇ ਕੋਲੋਂ ਬਚਨ ਸ਼ਰਾਬ ਰੂਪੀ ਹੋ ਗਿਆ ਹੈ। ਹੁਣ ਤੇਰੀ ਮੌਤ ਅੱਜ ਤੋਂ 7ਵੇਂ ਦਿਨ ਨੂੰ ਹੋਣੀ ਨਿਸ਼ਚਿਤ ਹੀ ਹੈ।
ਇਸ ਲਈ ਇਸ ਦੇ ਵਿੱਚ ਤੂੰ ਆਪਣੇ ਕੋਈ ਕਲਿਆਣ ਦਾ ਯਤਨ ਕਰ ਲਾ, ਇਹ ਮੇਰੇ ਗੁਰੂ ਦਾ ਹੁਕਮ ਹੈ। ਇਹ ਸੁਣ ਕੇ ਰਾਜਾ ਬਹੁਤ ਚਿੰਤਿਤ ਹੋਇਆ। ਤੁਰੰਤ ਇੱਕ ਸੀਸ ਮਹਿਲ ਬਣਾਉਣ ਦਾ ਹੁਕਮ ਦਿੱਤਾ, ਜੋ ਬਹੁਤ ਫੁਰਤੀ ਨਾਲ ਗੰਗਾ ਦੇ ਕਿਨਾਰੇ ਪਾਣੀ ਵਿੱਚ ਬਣਾਇਆ ਗਿਆ ਸੀ। ਜਿੱਥੇ ਸੀਸ ਮਹਿਲ ਬਣਾਇਆ ਸੀ ਉਸ ਦੇ ਖੰਡਰਾਤ ਜੇ ਅੱਜ ਵੀ ਮੌਜੂਦ ਹਨ। ਕਹਿੰਦੇ ਉਹ ਮੇਰਠ ਦੇ ਕੋਲ ਪ੍ਰੀਸ਼ਤ ਕਿਲ੍ਹਾ ਮੌਜੂਦ ਹੈ ਅੱਜ ਵੀ। ਹਾਂਜੀ, ਅਤੇ ਨਾਂ ਤੇ ਇੱਕ ਸ਼ਹਿਰ ਵਸਿਆ ਹੋਇਆ ਇਸੇ ਦੀ, ਜੋ ਅੱਜ ਵੀ ਮੌਜੂਦ ਹੈ। ਉਹ ਇੱਦਾਂ ਦੱਸਿਆ ਜਾਂਦਾ ਵੀ ਗੰਗਾ ਦੇ ਕਿਨਾਰੇ ਸੁਕਰਤਾਲ ਨਾਂ ਦੀ ਜਗ੍ਹਾ ਹੈ। ਹਾਂਜੀ, ਜਿਹੜਾ ਹੈਗਾ ਨਾ ਆਪਣਾ, ਤੇ ਮੇਰਠ ਜਿਹੜਾ ਨਾ, ਮੇਰਠ ਦੇ ਕੋਲ ਪ੍ਰੀਸ਼ਤ ਕਿਲ੍ਹਾ ਮੌਜੂਦ ਆ। ਅਤੇ ਇਹ ਗੰਗਾ ਦੇ ਕਿਨਾਰੇ, ਇਹ ਥੋੜ੍ਹੀ ਕੁ ਜਿਹੜਾ ਦੂਰ ਗੰਗਾ ਦੇ ਕਿਨਾਰੇ ਸੁਕਰਤਾਲ ਨਾਂ ਦੀ ਜਗ੍ਹਾ ਹੈ। ਉੱਥੋਂ ਦੇ ਪੁਜਾਰੀ ਦੱਸਦੇ ਹਨ ਕਿ ਭਾਗਵਤ ਦੀ ਕਥਾ ਪ੍ਰੀਸ਼ਤ ਰਾਜੇ ਨੇ ਇੱਥੇ ਸੁਣੀ ਸੀ। ਉਸੇ ਯਾਦ ਵਿੱਚ ਹੀ ਅੱਜ ਵੀ ਉੱਥੇ ਭਾਗਵਤ ਦੀ ਕਥਾ ਹੁੰਦੀ ਹੈ। ਦੋਨਾਂ ਗੱਲਾਂ ਵਿੱਚੋਂ ਕਿਹੜੀ ਗੱਲ ਠੀਕ ਹੈ ਪਰਮਾਤਮਾ ਜਾਣੇ, ਪਰ ਆਪਾਂ ਤਾਂ ਇੱਥੇ ਜਿਹੜੀ ਵਿਚਾਰ ਸਾਖੀ ਰੂਪ ਵਿੱਚ ਕਰ ਰਹੇ ਹਾਂ। ਰਾਜੇ ਨੇ ਆਪਣੀ ਕਲਿਆਣ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਮੰਨੀ ਕਿ ਪਰਮੇਸ਼ਰ ਹੀ ਹੈ ਮੁਕਤੀ ਦਾ ਦਾਤਾ, ਬਖਸ਼ਣ ਵਾਲਾ, ਰੱਖਣ ਵਾਲਾ, ਕਰਤਾ ਪੁਰਖ, ਖਲੋਆ ਵਾਲ ਨਾ ਵਿੰਗਾ ਹੋਆ, ਜਿਸਨੂੰ ਤੂੰ ਰਖਵਾਲਾ ਮਾਰੇ ਤੇ ਸਿਖਾਉਣ। ਇਸੇ ਕਰਕੇ ਸੁਖਦੇਵ ਮੁਨੀ ਨੂੰ ਸੁਨੇਹਾ ਭੇਜਿਆ, ਪਰ ਸੁਖਦੇਵ ਮੁਨੀ ਨੇ ਆਉਣ ਤੋਂ ਨਾ ਕਰ ਦਿੱਤੀ ਕਿ ਇਸ ਰਾਜੇ ਨੇ ਲਿਖੀ ਦਾ ਅਪਮਾਨ ਕੀਤਾ। ਤਦ ਨਾਰਦ ਮੁਨੀ ਕੋਲ ਪਹੁੰਚਿਆ। ਬੜੇ ਤਰੀਕੇ ਦੇ ਨਾਲ ਸੁਖਦੇਵ ਮੁਨੀ ਤੋਂ ਪ੍ਰਸ਼ਨ ਪੁੱਛਿਆ ਕਿ ਹੇ ਮਹਾਮੁਨੀ ਜੀ, ਇੱਕ ਮਨੁੱਖ ਖੂਹ 'ਤੇ ਬੈਠਾ ਸੀ ਅਤੇ ਉੱਥੇ ਇੱਕ ਨੇਤਰਹੀਣ ਰਸਤਾ ਭੁੱਲ ਕੇ ਖੂਹ ਵੱਲ ਸਿੱਧਾ ਹੋ ਗਿਆ। ਉਸ ਸੁਜਾਖੇ ਪੁਰਖ ਨੇ ਉਸ ਨੂੰ ਦੱਸਿਆ ਨਹੀਂ ਕਿ ਤੇਰੇ ਅੱਗੇ ਖੂਹ ਹੈ। ਉਹ ਨਾ ਪੁਰਖ ਸਿੱਧਾ ਖੂਹ ਵਿੱਚ ਡਿੱਗ ਪਿਆ, ਜਿਸ ਕਰਕੇ ਉਹਦੀ ਮੌਤ ਹੋ ਗਈ। ਤੁਸੀਂ ਦੱਸੋ ਕਿ ਇਸ ਦਾ ਪਾਪ ਕਿਸ ਨੂੰ ਲੱਗਾ? ਇਹ ਪ੍ਰਮਾਣ ਦਿੱਤਾ ਬੜਾ ਸੋਹਣਾ। ਸੁਖਦੇਵ ਮੁਨੀ ਨੇ ਕਿਹਾ ਕਿ ਇਸ ਦਾ ਪਾਪ ਉਸ ਸੁਜਾਖੇ ਪੁਰਖ ਨੂੰ ਲੱਗੇਗਾ ਜਿਸ ਨੇ ਇਹਨੇ ਪੁਰਖ ਨੂੰ ਖੂਹ ਵਿੱਚ ਡਿੱਗਣ ਤੋਂ ਬਚਾਇਆ ਨਹੀਂ। ਦੱਸਿਆ ਹੀ ਨਹੀਂ ਹੈ ਵੀ ਅੱਗੇ ਖੂਹ ਆ, ਤੂੰ ਅੰਨਾ ਆ ਅਤੇ ਇੱਧਰ ਹੋ ਜਾ, ਥੋੜ੍ਹਾ ਰਾਹ ਬਦਲ ਲਾ। ਤਦ ਨਾਰਦ ਜੀ ਕਹਿਣ ਲੱਗੇ ਕਿ ਇਸੇ ਤਰ੍ਹਾਂ ਦਾ ਇੱਕ ਪਾਪ ਤੁਹਾਨੂੰ ਲੱਗਣ ਲੱਗਾ। ਅੱਜ ਇੱਕ ਧਰਮੀ ਰਾਜਾ ਵਿਵੇਕ ਵਿਰਾਗ ਦੇ ਨੇਤਰਾਂ ਤੋਂ ਹੀਣਾ ਸੰਸਾਰ ਦੇ ਖੂਹ ਵਿੱਚ ਡਿੱਗਣ ਲੱਗਾ ਹੈ। ਜੇਕਰ ਤੁਸੀਂ ਨੇਤਰਾਂ ਵਾਲਿਆਂ ਨੇ ਉਸ ਨੂੰ ਬਚਾਇਆ ਨਾ ਤਾਂ ਇਸ ਦਾ ਪਾਪ ਤੁਹਾਨੂੰ ਲੱਗੇਗਾ। ਤਦ ਸੁਖਦੇਵ ਮੁਨੀ ਜੀ ਤੁਰੰਤ ਰਾਜੇ ਪ੍ਰੀਸ਼ਤ ਕੋਲ ਪਹੁੰਚੇ। ਕਥਾ ਆਰੰਭ ਹੋ ਗਈ। ਹਾਂਜੀ, ਭਾਗਵਤ ਦੀ। ਤਾਂ ਇਹਦਾ ਜਿਹੜਾ ਸੀਸ ਮਹਿਲ ਐਸਾ ਸੀ ਕਿ ਜਿੱਥੇ ਇੱਕ ਨਿੱਕੀ ਤੋਂ ਨਿੱਕੀ ਕੀੜੀ ਵੀ ਤੁਰਦੀ ਨਜ਼ਰ ਆਉਂਦੀ ਸੀ। ਮੌਤ ਤੋਂ ਬਚਣ ਲਈ ਰਾਜੇ ਨੇ ਹਰ ਹੀਲੇ ਅਤੇ ਹਰ ਇੰਤਜ਼ਾਮ ਕੀਤੇ। ਉੱਧਰ ਧਨਵੰਤਰ ਵੈਦ ਨੂੰ ਪਤਾ ਲੱਗਾ ਕਿ ਰਾਜੇ ਪ੍ਰੀਸ਼ਤ ਨੂੰ ਸੱਪ ਨੇ ਡੰਗਣਾ ਹੈ। ਉਸ ਦੇ ਬਚਾਉਣ ਲਈ ਉਹ ਵੀ ਚੱਲ ਪਿਆ ਅਤੇ ਤੱਛਕ ਨਾਗ ਜਿਹੜਾ ਦੇਹ ਪਲਟ ਕੇ ਬੰਦੇ ਦੇ ਰੂਪ ਵਿੱਚ ਜਾਂਦਾ ਮਿਲਿਆ। ਤੱਛਕ ਨਾਗ ਨੇ ਸ਼ਰਾਪ ਦਿੱਤਾ ਸੀ, ਤੱਛਕ ਨਾਗ ਡਸੇਗਾ। ਫਿਰ ਉਹ ਤੱਛਕ ਨਾਗ ਨੇ ਵੀ ਆਪਣਾ ਕੰਮ ਕਰਨਾ ਸੀ। ਉਹ ਦੇਹ ਪਲਟ ਕੇ ਬੰਦੇ ਰੂਪ ਵਿੱਚ ਜਾਂਦਾ ਮਿਲਿਆ ਧਨਵੰਤਰ ਵੈਦ ਨੂੰ। ਇਸ ਨੇ ਪੁੱਛਿਆ ਕਿ ਤੂੰ ਕੌਣ ਹੈ ਅਤੇ ਕਿੱਥੇ ਚੱਲਿਆ ਹੈ? ਉਸ ਨੇ ਜਵਾਬ ਦਿੱਤਾ, ਮੈਂ ਧਨਵੰਤਰ ਵੈਦ ਹਾਂ। ਮੈਂ ਧਨਵੰਤਰੀ ਵਿਦਿਆ ਨਾਲ ਸੱਪ ਡੰਗੇ ਪ੍ਰਾਣੀ ਨੂੰ ਮਾਰਨ ਨਹੀਂ ਦੇਵਾਂਗਾ। ਮੈਨੂੰ ਪਰਮਾਤਮਾ ਨੇ ਅਮਰ ਦ੍ਰਿਸ਼ਟੀ ਦਿੱਤੀ ਹੈ। ਅੱਗੋਂ ਤੱਛਕ ਨਾਗ ਨੇ ਕਿਹਾ ਕਿ ਮੈਂ ਉਸ ਨੂੰ ਮਾਰਨ ਚੱਲਿਆ ਹਾਂ। ਮੇਰਾ ਨਾਮ ਤੱਛਕ ਨਾਗ ਹੈ, ਜਿਹਨੂੰ ਤੂੰ ਬਚਾਉਣ ਚੱਲਿਆ। ਤੇਰਾ ਤੇ ਮੇਰਾ ਕੋਈ ਮੇਲ ਨਹੀਂ ਹੈ। ਆਪਣੇ ਤੋਂ ਅਲੱਗ ਹੋਣ ਤੋਂ ਪਹਿਲਾਂ ਆਖਰੀ ਸਮਰੱਥਾ ਦਾ ਪ੍ਰਯੋਗ ਕਰਕੇ ਵੇਖ ਲਈਏ। ਠੀਕ ਹੈ, ਕਿਉਂਕਿ ਤੂੰ ਬਚਾਉਣ ਵਾਲਾ, ਮੈਂ ਮਾਰਨ ਵਾਲਾ। ਤੇਰਾ ਮੇਰਾ ਕੋਈ ਮੇਲ ਹੀ ਨਹੀਂ। ਤੱਛਕ ਨਾਗ ਨੇ ਆਪਣੀ ਸਮਰੱਥਾ ਨਾਲ ਪਾਸ ਹੀ ਉੱਗੇ ਹੋਏ ਪਿੱਪਲ ਨੂੰ ਫੂਕ ਕਰਕੇ ਸੁਆਹ ਕਰ ਦਿੱਤਾ। ਧਨਵੰਤਰ ਵੈਦ ਨੇ ਆਪਣੀ ਅੰਮ੍ਰਿਤ ਦ੍ਰਿਸ਼ਟੀ ਨਾਲ ਮੁੜ ਹਰਾ ਭਰਾ ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਅਲੱਗ-ਅਲੱਗ ਰਸਤੇ 'ਤੇ ਚੱਲ ਪਏ ਵੀ ਤੂੰ ਉੱਧਰ ਪਹੁੰਚ, ਮੈਂ ਵੀ ਪਹੁੰਚਦਾ। ਤੱਛਕ ਨਾਗ ਨੇ ਧੋਖੇ ਨਾਲ ਧਨਵੰਤਰ ਦੀ ਪਿੱਠ 'ਤੇ ਡੰਗ ਮਾਰ ਕੇ ਜਿਹੜਾ ਰਸਤੇ ਵਿੱਚ ਹੀ ਮਾਰ ਦਿੱਤਾ। ਤਦ ਪ੍ਰੀਸ਼ਤ ਦੇ ਮਹਿਲਾਂ ਪਾਸ ਜਾ ਕੇ ਦੇਖਿਆ
ਕਿ ਉੱਥੇ ਤਦੋਂ ਪ੍ਰੀਸ਼ਦ ਰਾਜੇ ਦੇ ਮਹਿਲਾਂ ਪਾਸ ਜਾ ਕੇ ਦੇਖਿਆ ਕਿ ਉੱਥੇ ਰਾਤ ਦਿਨ ਦੇ ਸਖਤ ਪਹਿਰੇ ਹਨ ਅਤੇ ਸਾਰਾ ਮਹਿਲ ਸ਼ੀਸ਼ਿਆਂ ਦਾ ਹੀ ਹੈ। ਜਦੋਂ 7ਵੇਂ ਦਿਨ ਕਥਾ ਦਾ ਭੋਗ ਪਿਆ, ਜੋ ਫੁਲਵਾੜੀ ਵਿੱਚੋਂ ਫੁੱਲਾਂ ਦੀ ਟੋਕਰੀ ਪੂਜਾ ਲਈ ਮੰਗਵਾਈ ਗਈ ਸੀ, ਤਾਂ ਤਸ਼ਕ ਨਾਗ ਜਿਹੜਾ ਆਪਣਾ ਸੂਖਮ ਰੂਪ ਧਾਰ ਕੇ ਉਸਦੇ ਵਿੱਚ ਲੋਕ ਕੇ ਬੈਠ ਗਿਆ। ਜਦੋਂ ਮੱਥਾ ਟੇਕਣ ਵੇਲੇ ਰਾਜੇ ਨੇ ਫੁੱਲ ਆਪਣੇ ਮੱਥੇ ਨੂੰ ਲਾਏ ਤਾਂ ਰਿਸ਼ੀ ਦਾ ਕਿਹਾ ਹੋਇਆ ਬਚਨ ਸੱਤ ਹੋਇਆ ਅਤੇ ਤਸ਼ਕ ਨਾਗ ਨੇ ਡੰਗ ਮਾਰ ਕੇ ਉਸ ਨੂੰ ਉਸ ਵੇਲੇ ਮਾਰ ਦਿੱਤਾ। ਸੋ ਭਾਵ ਤਾਂ ਇਹ ਹੈ ਕਿ ਜੀਵ ਹਿੰਸਾ ਕਰਨ ਗਏ ਰਾਜੇ ਪ੍ਰੀਸ਼ਦ ਨੂੰ ਅਖੀਰ ਰਿਸ਼ੀ ਦੇ ਸ਼ਰਾਪ ਕਰਕੇ ਮਰਨਾ ਹੀ ਪਿਆ ਸੀ। ਠੀਕ ਆ ਜੀ। ਰਿਪ ਮਿਰਗੀਆ ਕਰ ਪ੍ਰੀਖਤ ਹਰਿਓ। ਵੇਖੋ ਰਾਜਾ ਹਿਰਨ ਕਰਕੇ ਵੇਖੋ ਹਰਿਆ ਅਤੇ ਉਹ ਕਈ ਮਾਰਿਆ ਗਿਆ ਸੀ, ਨਾਸ ਹੋ ਗਿਆ ਸੀ। ਜੀਵ ਹਿੰਸਾ ਨਹੀਂ ਕਰਨੀ ਚਾਹੀਦੀ, ਕਿਉਂਕਿ ਕਿਸੇ ਨੂੰ ਮਾਰਨਾ ਆਪਾਂ ਵੀ ਮਰਨਾ ਹੈ। ਜੇ ਇਹਦੇ ਵਿੱਚ ਸਾਖੀ 'ਚ ਇਹ ਵੀ ਪ੍ਰਮਾਣ ਆ ਵੀ ਸਾਧ ਬਚਨ ਅਟਲਾਦਾ, ਸਾਧੂ ਦੇ ਬਚਨ ਅਟਲ ਹੁੰਦੇ, ਕਦੀ ਉਹ ਫੇਲ ਨਹੀਂ ਹੁੰਦੇ, ਉਹ ਹੋਣੇ ਹੁੰਦੇ ਆ। ਮੇਰੀ ਬਾਂਦੀ ਭਗਤ ਛੁਡਾਵੇ, ਬਾਂਦੇ ਭਗਤ ਨਾ ਛੂਟੇ ਮੋਹੇ। ਪਰਮੇਸ਼ਰ ਦੀ ਮਰਿਆਦਾ ਸੰਤ ਭਗਤ ਬਦਲ ਸਕਦੇ ਆ, ਸੰਤਾਂ ਭਗਤਾਂ ਦੀ ਮਰਿਆਦਾ ਪਰਮੇਸ਼ਰ ਕਹਿੰਦੇ ਮੈਂ ਨਹੀਂ ਬਦਲਦਾ, ਹੇ ਨਾਮਦੇਵ। ਸੋ ਚੋਰੀ ਕਰ ਸ਼ਿਵ ਭੂਪ ਹੱਥ, ਚੋਰੀ ਕਰਕੇ ਸ਼ਿਵੀ ਰਾਜਾ ਜਿਹੜਾ ਹੱਥ ਕਈ ਨਾਸ ਹੋ ਗਿਆ ਸੀ। ਉਸ ਜਿਹੜੀ ਪ੍ਰਮਾਣ ਤੋਂ ਰੂਪ ਸਾਖੀ ਇੱਦਾਂ ਕਿ ਸ਼ਿਵੀ ਨਾਮ ਦਾ ਜੋ ਰਾਜਾ ਸੀ ਬੜਾ ਪਰਉਪਕਾਰੀ ਵੀ ਸੀ ਵਿਚਾਰਾ। ਸ਼ਿਵੀ ਰਾਜੇ ਉੱਪਰ ਇੱਕ ਦੁਸ਼ਮਣ ਰਾਜ ਨੇ ਚੜ੍ਹਾਈ ਕਰ ਦਿੱਤੀ। ਜਦੋਂ ਦੁਸ਼ਮਣ ਨੇੜੇ ਆ ਗਿਆ ਤਦ ਰਾਜੇ ਨੇ ਆਪਣੇ ਜੋਤਸ਼ੀ ਬੁਲਾਏ ਅਤੇ ਉਹਨਾਂ ਕੋਲੋਂ ਪੁੱਛਿਆ ਕਿ ਇਸ ਦੁਸ਼ਮਣ ਰਾਜੇ ਕੋਲੋਂ ਮੇਰੀ ਜਿੱਤ ਕਿਸ ਪ੍ਰਕਾਰ ਹੋ। ਤਦ ਜੋਤਸ਼ੀਆਂ ਨੇ ਜੋਤਿਸ਼ ਸ਼ਾਸਤਰਾਂ ਨੂੰ ਵਿਚਾਰ ਕੇ ਦੱਸਿਆ ਕਿ ਜੋ ਸ਼ਤਰੂ ਰਾਜੇ ਦੀ ਤੋਪ ਵਿੱਚ ਤਾਜ਼ੇ ਵੱਡੇ ਬੱਕਰੇ ਦਾ ਲਹੂ ਪਾਵੇਗਾ ਉਹ ਜਿੱਤੇਗਾ। ਤਦ ਉਹ ਕਿਸੇ ਦੀ ਸਲਾਹ ਲਏ ਤੋਂ ਬਿਨਾਂ ਹੀ ਭੇਸ ਬਦਲਾ ਕੇ ਰਾਤ ਨੂੰ ਵੈਰੀ ਰਾਜੇ ਦੀ ਤੋਪ ਵਿੱਚ ਲਹੂ ਪਾਉਣ ਲਈ ਗਿਆ। ਤਦੋਂ ਰਾਜੇ ਦੇ ਸਿਪਾਹੀਆਂ ਨੇ ਚੋਰ ਜਾਣ ਕੇ ਉਸਨੂੰ ਕੁੱਟ ਕੇ ਹੀ ਮਾਰ ਦਿੱਤਾ ਸੀ। ਸੋ ਚੋਰੀ ਦੇ ਕਾਰਨ ਇਹ ਸ਼ਿਵੀ ਰਾਜਾ ਵਿਚਾਰਾ ਮਾਰਿਆ ਗਿਆ ਸੀ। ਇਹ ਕਹਿਣ ਦਾ ਮਤਲਬ ਹੈ ਪੁੰਨ ਪਰ ਨਾਰੀ ਕੀ ਪ੍ਰੀਤ ਕਰ। ਪੁੰਨ ਕਹੀਏ ਫਿਰ ਵੇਖੋ ਭਰਾਈ ਦੂਜੇ ਦੀ ਜਿਹੜੀ ਨਾਰੀ ਇਸਤਰੀ ਹੈ, ਭਾਵ ਭਰਾਈ ਦੀ ਇਸਤਰੀ ਦੀ ਪ੍ਰੀਤ ਕਰਕੇ ਸੀਸ ਦਸ ਲੰਕਪਤ, ਜਿਹੜੇ ਲੰਕਾ ਦਾ ਪਤੀ ਰਾਵਣ ਸੀ, ਉਸਨੇ ਵੀ ਆਪਣਾ ਸੀਸ ਦਿੱਤਾ ਸੀ। ਪੁੰਨ ਕਹੀਏ ਫਿਰ ਭਰਾਈ ਨਾਰੀ ਜੋ ਇਸਤਰੀ ਹੈ, ਭਾਵ ਰਾਮਚੰਦਰ ਭਗਵਾਨ ਜੀ ਦੇ ਜੋ ਪਤਨੀ ਸਨ ਸੀਤਾ ਮਾਤਾ, ਉਹਦੇ ਨਾਲ ਪ੍ਰੀਤ ਕਹੀਏ ਪ੍ਰੀਤੀ ਕਰਕੇ ਸੀਸ ਦੇ 10 ਲੰਕਪਤ, ਲੰਕਾ ਦਾ ਪਤੀ ਰਾਵਣ ਨੂੰ ਆਪਣੇ ਦਾਸ ਦੇ ਦਾਸ ਸੀਸ ਜਿਹੜੇ ਹੈ ਉਹ ਦੇਣੇ ਪਏ ਸਨ, ਸੀਸ ਦਿੱਤੇ ਸਨ। ਭਾਵ ਜਿਸ ਸਮੇਂ ਲਛਮਣ ਨੇ ਰਾਵਣ ਦੀ ਭੈਣ ਸੂਰਪਨਖਾ ਦਾ ਨੱਕ ਕੱਢ ਦਿੱਤਾ ਸੀ, ਤਦ ਉਹ ਰੋਂਦੀ ਆਪਣੇ ਭਰਾ ਰਾਵਣ ਕੋਲ ਆਈ ਅਤੇ ਉਸ ਨੂੰ ਬਦਲਾ ਲੈਣ ਲਈ ਕਿਹਾ, ਪਰ ਰਾਵਣ ਨੇ ਕੋਈ ਧਿਆਨ ਨਾ ਦਿੱਤਾ। ਤਦ ਸੂਰਪਨਖਾ ਨੇ ਕਿਹਾ ਕਿ ਮੈਂ ਤੇਰੇ ਲਈ ਬਹੁਤ ਸੁੰਦਰ ਇਸਤਰੀ ਲੈਣ ਗਈ ਸੀ। ਬਾਹਰ ਜੰਗਲ ਵਿੱਚ ਇੱਕ ਕੁਟੀਆ ਅੰਦਰ 2 ਛਤਰੀ ਅਤੇ ਇੱਕ ਬਹੁਤ ਸੁੰਦਰੀ ਇਸਤਰੀ ਰਹਿੰਦੀ। ਇਹ ਸੁਣ ਕੇ ਰਾਵਣ ਨੇ ਭੇਸ ਬਦਲਾ ਕੇ ਸੀਤਾ ਨੂੰ ਕੁਟੀਆ ਵਿੱਚੋਂ ਚੁੱਕ ਲਿਆਂਦਾ ਸੀ। ਸੋ ਕੁਟੀਆ ਵਿੱਚ ਜਦੋਂ ਲੈ ਆਂਦਾ ਅਤੇ ਰਾਮਚੰਦਰ ਭਗਵਾਨ ਨੂੰ ਪਤਾ ਲੱਗਾ, ਜਿਸ ਕਾਰਨ ਰਾਮਚੰਦਰ ਭਗਵਾਨ ਜੀ ਨੇ ਰਾਵਣ ਨਾਲ ਯੁੱਧ ਕਰਕੇ ਉਸ ਦੇ ਵਰਦਾਨ ਵਿੱਚ ਪ੍ਰਾਪਤ ਹੋਏ 10 ਸਿਰ ਕੱਟ ਦਿੱਤੇ ਸਨ। ਜਾਂ ਮਾਨੋ ਇੱਕ ਹੀ ਸਿਰ ਸੀ ਉਹ ਕੱਟ ਦਿੱਤਾ, 10 ਸਿਰ ਦਿੱਤੇ ਸਨ ਸ਼ਿਵਜੀ ਭਗਵਾਨ ਨੂੰ ਵੀ ਮੈਂ ਮਰਾਂ ਨਾ, ਪਰ ਮਰਨਾ ਪਿਆ ਸੀ। ਅੰਮ੍ਰਿਤ ਕੁੰਡ ਧੁਨੀ ਵਿੱਚ ਸੀ, ਉਹ ਵੀ ਫਟ ਗਿਆ ਸੀ। ਇੱਥੋਂ ਤੱਕ ਕਿ ਰਾਵਣ ਦੀ ਮੜੀ 'ਤੇ ਵੀ ਕੋਈ ਦੀਵਾ ਜਗਾਉਣ ਵਾਲਾ ਵੀ ਨਾ ਰਿਹਾ। ਗੁਰਬਾਣੀ ਚਾਹੁੰਦਾ ਹੈ 1 ਲੱਖ ਪੂਤ 1.25 ਲੱਖ ਨਾਤੀ, ਅਤੇ ਰਾਵਣ ਕਰ ਦੀਆ ਨਾ ਬਾਤੀ। ਨਾ ਦੀਵਾ ਰਹਿ ਗਿਆ ਨਾ ਬੱਤੀ ਰਹਿ ਗਈ ਸੀ। ਹਾਂਜੀ, ਅਤੇ ਉਹ ਪਰਾਏ ਪਰ ਨਾਰੀ ਸਮਝ ਲਓ ਇਹਦਾ ਉਲਟ ਭਾਵ ਲੈਣਾ। ਪਰ ਨਾਰੀ ਤੋਂ ਭਾਵ ਮਰਦ, ਪਰਾਏ ਮਰਦ ਦੀ ਪ੍ਰੀਤ ਕਰਕੇ
ਵੇਖੋ ਉਹ ਜਿਹੜੀ ਸੂਬਨਖਾ ਸੀ ਉਹਨੇ ਆਪਣਾ ਨੱਕ ਵਢਾਇਆ ਸੀ ਅਤੇ ਪਰ ਨਾਰੀ ਪਰਾਈ ਇਸਤਰੀ ਦੀ ਪ੍ਰੀਤ ਕਰਕੇ ਪ੍ਰੇਮ ਕਰਕੇ ਵੀ ਸੁੰਦਰ ਹੈ ਸੀਤਾ ਮਾਤਾ ਮੈਂ ਲੈ ਆਵਾਂ। ਅਤੇ ਲੰਕਾਪਤੀ ਰਾਵਣ ਜੀ ਨੇ 10 ਸੀਸ ਦਿੱਤੇ ਸਨ ਸ਼ਿਵ ਜੀ ਭਗਵਾਨ ਨੂੰ ਭਗਤੀ ਕਰਕੇ, ਉਹ ਵੀ ਆਪਣਾ ਸਿਰ ਘਟਾ ਲਏ ਸਨ। ਸੋ ਪਰਾਈ ਇਸਤਰੀ ਦੀ ਜਿਹੜਾ ਪ੍ਰੀਤੀ ਕਰਨੀ ਹੈ ਇਹ ਵੀ ਮਾੜੀ ਹੈ। ਕਾਮਵਸ ਹੋਏ ਇਹਦੇ ਨਾਲ ਹੀ ਬੁਰਾ ਹਾਲ ਹੁੰਦਾ ਹੈ। ਦੋਹਰਾ ਇੱਕ ਇੱਕ ਕੀ ਸੰਗਤ ਕੀ ਕਹਿੰਦੇ ਪੰਡਤ ਹਰਦਿਆਲ ਜੀ। ਵੇਖੋ ਇੱਕ ਇੱਕ ਇਹ ਬੁਰੀ ਆਦਤ ਦੀ ਸੰਗਤ ਕੀ ਕਰਨ ਤੋਂ ਜਾਂ ਕਰਨ ਨਾਲ, ਹਾਂਜੀ ਇੱਕ ਇੱਕ ਬੁਰੀ ਆਦਤ ਦੀ ਸੰਗਤ ਕੀਏ ਦੇ ਨਾਲ, ਇੱਕ ਇੱਕ ਵਿਸ਼ੇ ਦੀ ਸੰਗਤ ਕੀਤੇ ਦੇ ਨਾਲ, ਇੱਕ ਇੱਕ ਜਿਹੜੇ ਆ ਐਬ ਦੀ ਸੰਗਤ ਕੀਤੇ ਦੇ ਨਾਲ ਪਏ ਨਰੋਤਮ ਨਾਸ। ਜਿਹੜੇ ਨਰ ਉਤਮ, ਨਰਾਂ ਤੋਂ ਉੱਤਮ ਭਾਵ ਸ੍ਰੇਸ਼ਟ ਬਹਾਦਰ ਸੂਰਮੇ ਵੱਡੇ ਵੱਡੇ ਰਾਜੇ ਮਹਾਰਾਜੇ ਭਗਤੀ ਵਾਲੇ ਵੀ ਨਾਸ ਭਏ ਕਈਏ ਹੋਏ ਸਨ ਜਾਂ ਹੋ ਗਏ। ਜਾਂ ਮੈਂ ਸਾਤੋਂ ਵਿਸ਼ਿਆਨ ਹੈ ਕਹਿੰਦੇ। ਫਿਰ ਵੇਖੋ ਜਾਂ ਮੈਂ ਕਹੀਏ ਜਿਸ ਮਨੁੱਖ ਦੇ ਵਿੱਚ ਇਹ ਸਾਤੋਂ ਕਹੀਏ 7 ਹੀ ਵਿਅਸਨ ਹੈ। ਵਿਅਸਨ ਪਾਠ ਦੇ ਵਾਵੇ ਸਿਆਰੀ ਯਾਦਾ ਸ਼ਸੇ ਵਿੱਚ ਬਿੰਦੀ ਨਾਨਾ ਵਿਅਸਨ ਭਾਵ ਜਿਹਦੇ ਵਿੱਚ ਇਹ 7 ਹੀ ਵਿਅਸਨ ਕਹੀਏ। ਜੇ ਵਿਅਸਨ ਪਾਠ ਕਰਨਾ ਫਿਰ ਆਦਤਾਂ ਕਹਾਂ ਜਿਨ੍ਹਾਂ ਵਿੱਚ ਇਹ 7 ਆਦਤਾਂ ਹੈ। ਕਥਾ ਕਹੈ ਕੋ ਤਾਸ। ਪੰਡਤ ਹਰਦਿਆਲ ਜੀ ਕਹਿੰਦੇ ਤਾਸ ਕਹੇ ਉਸ ਮਨੁੱਖ ਦੀ ਕਥਾ। ਇਹ ਕਹੇ ਕੌਣ ਕਹੇ, ਹਾਂਜੀ ਕੋ ਕਹੀਏ ਕੌਣ ਕਹੇ ਉਹਨਾਂ ਦੀ ਕਥਾ। ਜਾਂ ਕਥਾ ਕਹੇ ਕੋ ਤਾਸ ਭਾਵ ਤਾਸ ਕਹੀ ਉਸ ਦੀ ਕਥਾ ਕੌਣ ਕਹਿ ਸਕਦਾ ਹੈ। ਕਥਾ ਕਹੇ ਕੋ ਉਸ ਮਨੁੱਖ ਦੀ ਕੋਈ ਕੀ ਕਥਾ ਕਹਿ ਸਕਦਾ ਅਤੇ ਉਸ ਦੀ ਕਥਾ ਕੌਣ ਕਹਿ ਸਕਦਾ ਜਿਹਦੇ ਵਿੱਚ 7 ਇਹ ਵਿਅਸਨ ਕਈ ਆਦਤਾਂ ਹੈ। ਹਾਂਜੀ ਗੁਰਬਾਣੀ ਵਿੱਚ ਵੀ ਭਗਤ ਰਵਿਦਾਸ ਜੀ ਦਾ ਬਚਨ ਆਉਂਦਾ ਆਸਾ ਰਾਗਜ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਹਿਰਨ ਮੱਛੀ ਭ੍ਰਿੰਗ ਭੌਰਾ ਪਤੰਗ ਪਤੰਗਾ ਕੁੰਚਰ ਹਾਥੀ ਇੱਕ ਦੋਸ਼ ਵਿਸ਼ੇ ਕਰਕੇ ਨਾਸ ਹੋ ਜਾਂਦੇ ਹੈ। 5 ਦੋਖ ਅਸਾਧ ਜਾਮੈ। ਆਹ ਜਿਹੜੇ ਅਸਾਧਨ ਤੋਂ ਰਹਿਤ 5 ਦੋਖ 5 ਵਿਸ਼ੇ ਆ ਜਿਸ ਮਨੁੱਖ ਵਿੱਚ ਹੈ ਪੁਰਖ ਵਿੱਚ ਹੈ ਤਾਂ ਕਿ ਕੇਤ ਆਸ ਉਹਦੀ ਕੀ ਆਸ ਹੈ, ਉਹ ਬਚ ਜੂਗਾ, ਉਹ ਬਚ ਹੀ ਨਹੀਂ ਸਕਦਾ। ਹਾਂਜੀ ਅਤੇ ਜਾਂ ਮੈਂ 7 ਵਿਅਸਨ ਹੈ। ਵਿਅਸਨ ਨਾਮ ਆਦਤਾਂ ਦਾ ਹੁੰਦਾ। ਅਤੇ ਇੱਥੇ ਦੂਸਰਾ ਪਾਠ ਜਿਹੜੇ ਮੁੱਖ ਪਾਠ ਹੈ ਕਿਉਂਕਿ ਵਿਸ਼ਿਆਂ ਦੀ ਵਿਚਾਰ ਪਹਿਲਾਂ ਸ਼ੁਰੂ ਵਿਸ਼ੇ ਹੀ ਪਾਠ ਆਇਆ। ਇੱਥੇ ਵਿਸ਼ਣ ਜੇ ਪਾਠ ਲੱਗੇ ਫਿਰ ਬਣੂਗਾ ਜਾਂ ਮੈਂ 7 ਵਿਸ਼ਿਆਨ ਹੈ ਜਿਸ ਵਿੱਚ 7 ਵਿਸ਼ੇ ਹੈ। ਇਹ ਵਿਸ਼ਿਆਂ ਦਾ ਵਾਸਾ ਹੈ, ਵਿਸ਼ਿਆਂ ਦੀਆਂ ਆਦਤਾਂ ਹੈ। ਕਥਾ ਕਹੇ ਕੋ ਤਾਸ। ਤਾਸ ਗਈ ਉਸ ਦੀ ਕਥਾ ਕਹੇ ਕੀ ਕੋ ਕਹੀ ਕੌਣ ਕਹੇਗਾ, ਕੋਈ ਨਹੀਂ ਕਹਿ ਸਕਦਾ, ਉਹ ਬਚ ਸਕਦਾ, ਉਹ ਨਹੀਂ ਬਚ ਸਕਦਾ ਹੈ। ਦੋਹਰਾ ਤ੍ਰਿਓਦਸ ਦੋਹੇ ਇੱਕ ਛਪਾ। ਤ੍ਰਿਓਦਸ ਨਹੀਂ ਤਰੋਦਸ ਪਾਠ ਆ ਮੁੱਖ। ਤਰੋਦਸ ਦੋਹੇ ਇੱਕ ਛਪਾ ਅਧਿਆਇ ਦੀ ਸਮਾਪਤੀ ਵਿੱਚ ਪੰਡਤ ਹਰਦਿਆਲ ਜੀ ਦੱਸਦੇ ਹੋਏ ਕਹਿਣ ਲੱਗੇ ਆ ਇਸ ਅਧਿਆਇ ਵਿੱਚ ਕਿੰਨੇ ਛੰਦ ਆਏ। ਕਹਿੰਦੇ ਇੱਕ ਛਪਾ ਛੰਦ ਆਇਆ ਅਤੇ 13 ਦੋਹਰੇ ਆਏ ਹੈ। ਤੋਟਕ ਇੱਕ ਬਤਾਏ ਇੱਕ ਤੋਟਕ ਛੰਦ ਬਤਾਏ ਕਈਏ ਦੱਸਿਆ ਆਖਿਆ ਹੈ। 15 ਕਹੇ ਸਲੋਕ ਸਭ ਸਾਰੇ ਇਸ ਤਰ੍ਹਾਂ ਸਲੋਕ ਜਿਹੜੇ 15 ਹੁੰਦੇ ਹੈ ਜੋ ਕਹੇ ਗਏ ਇਸ ਅਧਿਆਇ ਵਿੱਚ। ਲੋਕ ਪਰਲੋਕ ਸਹਾਏ ਜੋ ਇਸ ਲੋਕ ਵਿੱਚ ਅਤੇ ਪਰਾਏ ਲੋਕ ਧਰਮਰਾਜ ਦੀ ਕਚਹਿਰੀ ਵਿੱਚ ਸਹਾਏ ਹੋਣਗੇ ਜਿਹੜਾ ਇਹਨਾਂ 'ਤੇ ਅਮਲ ਕਰੇਗਾ। ਲੋਕ ਪਰਲੋਕ ਕਹੀਏ ਦੋਨਾਂ ਲੋਕਾਂ ਵਿੱਚ ਜੋ ਸਹਾਇਕ ਹਨ, ਸਹਾਇਤਾ ਕਰਦੇ ਆ, ਜੋ ਸਹਾਈ ਹੈ। ਹਾਂਜੀ ਤਰੋਦਸ ਪਾਠ ਕਰਨਾ, ਤ੍ਰਿਓਦਸ ਨਹੀਂ ਕਰਨਾ ਪਾਠ। ਹਾਂਜੀ ਪਾਠ ਹੈਗਾ ਵਾ ਤਰੋਦਸ। ਤਰੋਦਸ ਕਹੀਏ ਤਰੋ ਕਹੀਏ 3 ਅਤੇ 10 ਕਹੀਏ 10 ਅਤੇ 3 13। 13 ਜਿਹੜੇ ਹੈ ਉਹ ਦੋਹਰੇ ਆਏ ਹੈ ਅਤੇ ਇੱਕ ਛਪਾ ਛੰਦ ਆਇਆ ਹੈ। ਤੋਟਕ ਇੱਕ ਬਤਾਏ ਗਏ ਦੱਸਿਆ ਹੈ, ਕਥਨ ਕੀਤਾ ਹੈ, ਆਖਿਆ ਹੈ। 15 ਕਹੇ ਸਲੋਕ ਸਭ ਸਾਰੇ 15 ਸਲੋਕ ਕਹੇ ਇਸ ਅਧਿਆਇ ਵਿੱਚ
ਜੋ ਲੋਕ ਪਰਲੋਕ ਵਿੱਚ ਸਹਾਇਕ ਹੈ, ਮਦਦਗਾਰ ਹੈ, ਸਹਾਇਤਾ ਕਰਦੇ ਹਨ। ਜੋ ਇਹਨਾਂ ਨੂੰ ਧਾਰਨ ਕਰੇਗਾ, ਇਹਨਾਂ ਦਾ ਜਿਹੜਾ ਹੈ ਸਿਧਾਂਤ ਆਪਣੇ ਹਿਰਦੇ ਵਿੱਚ ਧਾਰੇਗਾ ਅਤੇ ਆਦਤਾਂ ਸੱਤਾਂ ਤੋਂ ਬਚੇਗਾ। ਇਹ ਸ੍ਰੀ ਸਾਰ ਗਿਰਦਾਵਲੀ ਇਹ ਕਹੀਏ, ਇੱਥੇ ਜੋ ਸ਼੍ਰੋਮਣੀ ਸਾਰ ਗਿਰਦਾਵਲੀ ਗ੍ਰੰਥ ਹੈ ਅਤੇ ਇਹ ਕਹੀਏ ਤਿਸ ਦਾ ਜਿਹੜਾ ਦੁਆਦਸ਼ ਕਹੀਏ 12ਵਾਂ ਅਧਿਆਇ ਹੈ, ਇਤੀ ਕਹੀਏ ਸਮਾਪਤ ਹੁੰਦਾ ਹੈ। ਸਬਤ ਵਿਅਸਨ ਵਰਣਨ ਕਰੇ, ਜਿਸ ਅੰਦਰ ਕਵੀ ਹਰਦਿਆਲ ਜੀ ਕਹਿੰਦੇ ਹਨ ਵੀ ਸਬਤ ਕਹੀਏ 7 ਜਿਹੜੇ ਵਿਅਸਨ ਆਦਤਾਂ ਉਹ ਵਰਣਨ ਕਰੇ ਕਹੀਏ ਕੀਤੀਆਂ ਹਨ। ਕਵੀ ਹਰਦਿਆਲ ਸੁਭਾਏ, ਕਵੀ ਹਰਦਿਆਲ ਜੀ ਕਹਿੰਦੇ ਬੜੀ ਸ੍ਰੇਸ਼ਟ ਭਾਵਨਾ ਦੇ ਨਾਲ, ਬੜੇ ਸ੍ਰੇਸ਼ਟ ਭਾਏ ਕਹੀਏ ਪ੍ਰੇਮ ਦੇ ਨਾਲ, ਸ੍ਰੇਸ਼ਟ ਭਾਵਨਾ ਨੂੰ ਧਾਰਨ ਕਰਕੇ ਇਹ ਸ਼ਬਦ ਜਿਹੜੇ 7 ਵਿਅਸਨ ਕਹੀਏ ਆਦਤਾਂ ਉਹਨਾਂ ਦਾ ਵਰਣਨ ਕਰੇ ਕਹੀਏ ਕੀਤਾ ਹੈ। ਹਾਂਜੀ, ਜਾਂ ਇੱਥੇ ਵੀ ਪਾਠ ਵਿਅਸਨ ਦੀ ਥਾਂ ਜੇ ਵਿਸ਼ਿਆਂ ਪਾਠ ਹੋਵੇ, ਇਹ 7 ਵਿਸ਼ਿਆਂ ਦਾ ਵਰਣਨ ਕੀਤਾ ਹੈ ਕਵੀ ਹਰਦਿਆਲ ਜੀ ਨੇ ਸ੍ਰੇਸ਼ਟ ਸੁਭਾਏ ਕੇ ਸ੍ਰੇਸ਼ਟ ਭਾਵਨਾ ਨਾਲ, ਸ੍ਰੇਸ਼ਟ ਭਾਏ ਕੇ ਪ੍ਰੇਮ ਨਾਲ। ਅਤੇ ਜੇ ਸੁਭਾਏ ਪਾਠ ਕਰਨਾ, ਕਵੀ ਹਰਦਿਆਲ ਜੀ ਨੇ ਬੜੇ ਸਹਿਜ ਸੁਭਾਅ ਨਾਲ, ਸੁਤੇ ਸੇਧੀ ਗਿਆਨੀ ਦੀ ਅਵਸਥਾ ਦੇ ਨਾਲ 7 ਵਿਸ਼ਿਆਂ ਦਾ 7 ਆਦਤਾਂ ਦਾ ਵਰਣਨ ਕੀਤਾ। ਜੇ ਵਿਅਸਨ ਪਾਠ ਹੈ ਨਾ ਅਤੇ ਫਿਰ ਆਪਾਂ ਇਹਦਾ ਅਰਥ ਕਰਨਾ ਆਦਤਾਂ, ਜੇ ਵਿਸ਼ਿਆਂ ਪਾਠ ਫਿਰ ਵਿਸ਼ੇ ਕਰਨਾ। ਭੁੱਲਾਂ ਚੁੱਕਾਂ ਦੀ ਖੇਮਾ ਜੀ 12ਵਾਂ ਅਧਿਆਇ 'ਤੇ ਸਮਾਪਤ ਹੋਇਆ। ਜਿਸ ਸ਼ਬਦ ਨੂੰ ਆਪਾਂ ਬੜੇ ਵਿਸਥਾਰ ਨਾਲ ਕੀਤਾ, ਕਿਉਂਕਿ ਸਾਖੀਆਂ ਲਾ ਕੇ ਪਤਾ ਲੱਗ ਜਾਂਦਾ ਕਿ ਇਹ ਕੀ ਮਤਲਬ ਹੈ ਕਹਿਣ ਦਾ। ਜੇ ਆਪਾਂ ਸਿੱਧਾ ਸੂਖਮ ਰੂਪ ਵਿੱਚ ਵੀ ਕਰ ਸਕਦੇ ਸੀ, ਪਰ ਸੂਖਮ ਰੂਪ ਵਿੱਚ ਉਹਦਾ ਕੋਈ ਫਾਇਦਾ ਨਹੀਂ ਹੈ। ਸਾਖੀ ਵੀ ਪਤਾ ਹੋਣੀ ਚਾਹੀਦੀ, ਕੌਣ ਕਿਸ ਤਰ੍ਹਾਂ ਖੋਟਾ ਕਰਮ ਕਰਕੇ ਨਾਸ ਹੋਇਆ ਸੀ। ਸੋ ਭੁੱਲਾਂ ਚੁੱਕਾਂ ਦੀ ਖੇਮਾ ਜੀ ਵਿਚਾਰਾਂ ਦੀ ਸਮਾਪਤੀ। ਏਤ ਸ੍ਰੀ ਸਾਰ ਗਿਰਦਾਵਲੀ ਤੇ ਦੁਆਦਸ਼ ਅਧਿਆਇ ਸਬਤ ਵਿਅਸਨ ਵਰਣਨ ਕਰੇ, ਕਵੀ ਹਰਦਿਆਲ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।